करा जी शुरू जी फिर जी करो करो सर करो। ठीक। सत्कारयोग डायरैक्टर साहब, ट्रेनिंग अफसर साहब, ਵੱਖ-ਵੱਖ ITI ਤੋਂ ਸਾਡੇ ਨਾਲ ਜੁੜੇ ਪ੍ਰਿੰਸੀਪਲ ਸਾਹਿਬ, GI ਸਾਹਿਬਾਨ, ਇੰਸਟ੍ਰਕਟਰ ਸਾਹਿਬਾਨ ਤੇ ਵੱਖ-ਵੱਖ ITIਆਂ ਤੋਂ ਜੁੜੇ ਸਿੱਖਿਆਰਥੀ। ਮੈਂ ਰਣਧੀਰ ਸਿੰਘ ਬੱਲ, ਡਰਾਫਟਸਮੈਨ ਤੇ ਸਰਵੇਅਰ ਇੰਸਟ੍ਰਕਟਰ, ਗਵਰਨਮੈਂਟ ITI SC ਫਤਿਹਗੜ੍ਹ ਚੂੜੀਆਂ ਤੋਂ ਆਪ ਜੀ ਦਾ ਵਰਕਸ਼ਾਪ ਕੈਲਕੂਲੇਸ਼ਨ ਸਾਇੰਸ ਦਾ ਇੱਕ ਟੌਪਿਕ ਸਰਕਲ ਅਤੇ ਉਹਦੇ ਨਾਲ ਸੰਬੰਧਿਤ ਜੋ ਫਾਰਮੂਲੇ ਆ, ਅੱਜ ਆਪਾਂ ਉਹਦੇ ਬਾਰੇ ਪੜ੍ਹਨ ਜਾ ਰਹੇ ਹਾਂ। ਸੋ ਸਾਰਿਆਂ ਦਾ ਮੈਂ ਸਵਾਗਤ ਕਰਦਾ ਹਾਂ। ਸੋ ਮੈਂ ਆਪਣਾ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਖਾਸ ਕਰਕੇ ਜਿਹੜੇ ਸਿੱਖਿਆਰਥੀ ਸਾਡੇ ਨਾਲ ਜੁੜੇ ਆ, ਉਹਨਾਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਜੇ ਹੋ ਸਕੇ ਤਾਂ ਇੱਕ ਨੋਟਬੁੱਕ ਤੇ ਪੈਨ ਆਪਣੇ ਕੋਲ ਰੱਖਣ, ਕਿਉਂਕਿ ਜਿਹੜੀਆਂ ਸਲਾਈਡਸ ਹੁੰਦੀਆਂ ਵਾ ਇਹ ਮੋਸਟਲੀ ਇੰਗਲਿਸ਼ ਦੇ ਵਿੱਚ, ਉਹਨੂੰ ਪੰਜਾਬੀ 'ਚ ਆਪਾਂ ਡਿਕਟੇਟ ਕਰਦੇ ਹਾਂ, ਤੇ ਜਿਹੜੇ ਕੁਝ ਟੈਕਨੀਕਲ ਵਰਡਸ ਹੁੰਦੇ ਨੇ ਜਾਂ ਉਹਨਾਂ ਦੇ ਪੰਜਾਬੀ ਆ ਉਹ ਤੁਸੀਂ ਨੋਟ ਕਰ ਸਕਦੇ ਆ, ਤੇ ਬਾਅਦ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਲਾਸਟ ਜਦੋਂ ਕੁਐਰੀ ਹੁੰਦੀ ਆ ਉਹਦੇ ਬਾਰੇ ਫਿਰ ਤੁਸੀਂ ਪੁੱਛ ਸਕਦੇ ਹੋ। ਸੋ ਮੈਂ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਿਹਾ ਵਾਂ, ਸਰਕਲ ਐਂਡ ਇਟਸ ਪ੍ਰੋਪਰਟੀ। ਅੱਜ ਦੇ ਜਿਹੜਾ ਸਾਡਾ ਟੌਪਿਕਸ ਨੇ ਅੱਜ ਲੈਕਚਰ ਦੇ ਵਿੱਚ ਆਪਾਂ ਕਵਰ ਕਰਾਂਗੇ some common definition related to circle, circumference of circle, area of circle, arc, types of sector and in a circle and its area, types of segments in circle and its area, chord, circular ring and its area, more about know about semicircle। ਸੋ ਸਭ ਤੋਂ ਪਹਿਲਾਂ ਸਰਕਲ ਦੀ ਗੱਲ ਕਰਦੇ ਹਾਂ। ਸਰਕਲ ਕੀ ਚੀਜ਼ ਹੈਗੀ ਹੈ? ਹੁਣ ਦੇਖੋ ਇਹਦੇ ਵਿੱਚ ਜਿਹੜੀ ਸਲਾਈਡ 'ਚ ਡੈਫੀਨੇਸ਼ਨ ਆ, ਸਰਕਲ ਇਜ਼ ਅ ਪਲੇਨ ਫਿਗਰ ਇਨਕਲੋਜ਼ ਬਾਈ ਦਾ ਕਰਵ ਲਾਈਨ every point on which equidistant from a point within called center। ਮੈਂ ਨਾ ਅੰਮ੍ਰਿਤਸਰ ਪੜ੍ਹਾਉਂਦਾ ਹੁੰਦਾ ਸੀ ਤੇ ਇੱਕ ਬੱਚੇ ਨੇ ਮੈਨੂੰ ਕੁਐਸਚਨ ਕਰਤਾ ਕਿ ਸਰ ਮੈਨੂੰ ਨੰਬਰ ਦਿਓ ਜਿਹੜੇ ਸਾਰੇ ਪਾਸੇ ਇੱਕੋ ਜਿਹੇ ਹੋਣ। ਮੈਂ ਟੈਨਸ਼ਨ 'ਚ ਪੈ ਗਿਆ। ਮੈਂ ਫਿਰ ਕਿਹਾ ਲੈ ਕਾਕਾ 0 ਨੰਬਰ ਲਾਤਾ ਹੀ, ਉਹ ਸਾਰੇ ਪਾਸੇ ਗੋਲ ਗੋਲ ਹੀ ਹੋ, ਸਾਰੇ ਪਾਸੇ ਇੱਕੋ ਜਿਹਾ ਵਾ। ਸੋ ਸਰਕਲ ਮਤਲਬ ਇੱਕ ਇਨਕਲੋਜ਼ ਫਿਗਰ ਹੈਗੀ ਜਿਹੜੀ ਕਰਵ ਲਾਈਨ ਆ, ਉਹ ਇੱਕ ਪੁਆਇੰਟ ਦੇ ਆਲੇ ਦੁਆਲੇ ਗੁਲਾਈ 'ਚ ਹੁੰਦੀ ਆ ਤੇ ਉਸ ਪੁਆਇੰਟ ਤੋਂ ਹਰ ਇੱਕ ਜਗ੍ਹਾ ਤੇ ਉਹਦੀ ਦੂਰੀ ਬਰਾਬਰ ਹੁੰਦੀ ਹੈ, ਤੇ ਉਹ ਜਿਹੜੀ ਜਿਸ ਪੁਆਇੰਟ ਤੋਂ ਉਹਦੀ ਦੂਰੀ ਬਰਾਬਰ ਆ ਉਸ ਪੁਆਇੰਟ ਨੂੰ ਆਪਾਂ ਸੈਂਟਰ ਕਹਿੰਦੇ ਆ। ਤੁਸੀਂ ਸਲਾਈਡ 'ਚ ਵੇਖਦੇ ਪਏ ਆ ਤੇ ਡਾਇਆਮੀਟਰ ਲਿਖਿਆ ਨਜ਼ਰ ਆਉਂਦਾ ਹੋਊਗਾ, ਰੇਡੀਅਸ ਤੇ ਸਰਕਮਫਰੈਂਸ। ਸਰਕਮਫਰੈਂਸ ਦਾ ਮਤਲਬ ਹੁੰਦਾ ਘੇਰਾ, ਰੇਡੀਅਸ ਕੀ ਆ? ਅਰਧ ਵਿਆਸ। ਰੇਡੀਅਸ ਇੱਕ ਲਾਈਨ ਸੈਗਮੈਂਟ ਆ ਜਿਹੜਾ ਇੱਕ ਐਂਡ ਸਰਕਲ ਦੇ ਸੈਂਟਰ ਤੇ ਆ, ਇੱਕ ਐਂਡ ਸਰਕਲ ਦੇ ਉੱਪਰ ਹੈਗਾ, ਤੇ ਜਿਹੜਾ ਡਾਇਆਮੀਟਰ ਆ ਇਹ ਵੀ ਇੱਕ ਲਾਈਨ ਸੈਗਮੈਂਟ ਆ, ਪਰ ਇਹ ਸਰਕਲ ਦੇ ਸੈਂਟਰ ਵਿੱਚੋਂ ਪਾਸ ਹੋ ਕੇ ਜਾਂਦਾ, ਇਹਦੇ ਦੋਵੇਂ ਐਂਡ ਪੁਆਇੰਟ ਸਰਕਲ ਦੇ ਉੱਪਰ ਹੈ। ਸੋ ਤੁਸੀਂ ਇੱਕ ਐਗਜ਼ਾਮਪਲ ਮੈਂ ਦੇਣ ਲੱਗਾ, ਖਾਸ ਕਰਕੇ ਜਿਹੜੇ ਬॉयਜ਼ ਸਿੱਖਿਆਰਥੀ ਆ ਉਹਨਾਂ ਨੂੰ ਸਮਝ ਲੱਗ ਜੂਗੀ। ਆਹ ਦੇਖੋ ਇੱਕ ਪਰਸਨ, ਇੱਕ ਲੜਕੀ, ਇੱਕ ਜਿੱਦਾਂ ਤੁਸੀਂ ਜਦੋਂ ਪਤੰਗਾਂ ਉਡਾਉਂਦੇ ਆ ਤੇ ਪਤੰਗਾਂ ਖਤਮ ਹੋ ਜਾਂਦੀਆਂ, ਫਿਰ ਡੋਰ ਹੁੰਦੀ ਆ ਉਹਦੇ ਨਾਲ ਸਟੋਨ ਬੰਨ ਲੈਂਦੇ ਆ, ਫਿਰ ਡੋਰ ਨੂੰ ਉੱਤੇ ਹੱਥ ਨਾਲ ਘੁਮਾਇਆ ਜਾਂਦਾ ਜਿੱਦਾਂ ਇਹ ਲੜਕੀ ਘੁਮਾ ਰਹੀ ਆ, ਤੇ ਆਪਾਂ ਫਿਰ ਕਹਿੰਦੇ ਆਜੋ ਲਾ ਲਓ ਕਾਂਟੀਆਂ। ਉਹ ਕਾਂਟੀ ਜਿਹੜੀ ਘੁੰਮਦੀ ਆ ਉਹਦੀ ਸ਼ਕਲ ਜਿਹੜੀ ਆ ਨਾ ਉਹ ਸਰਕਲ ਵਰਗੀ ਹੈ। ਇਹਦਾ ਮਤਲਬ ਜਿੱਥੋਂ ਕਾਂਟੀ ਘੁੰਮਦੀ ਪਈ ਉਹਦਾ ਹੱਥ ਉਹ ਸੈਂਟਰ ਆ, ਤੇ ਜਿੰਨੀ ਡੋਰ ਲੰਮੀ ਆ ਉਹ ਤੁਹਾਡਾ ਰੇਡੀਅਸ ਆ, ਤੇ ਜਿਹੜਾ ਚੀਜ਼ ਜਿਹੜੀ ਫਿਗਰ ਬਣਦੀ ਹੈ ਡੈਟ ਇਜ਼ ਸਰਕਲ। ਸੋ ਸਰਕਲ ਬਾਰੇ ਪਤਾ ਲੱਗ ਗਿਆ ਹੋਊਗਾ। ਫਿਰ ਸਰਕਲ ਨੂੰ ਆਪਾਂ ਡਿਫਾਈਨ ਕਰਦੇ ਹਾਂ ਜਿਓਮੈਟ੍ਰਿਕਲੀ। ਇਹਦੀ ਡੈਫੀਨੇਸ਼ਨ is circle is defined as it is a path of a point which is equidistant from a point, the equidistant is said to be center, equidistant point said to be center। ਮਤਲਬ ਮੈਂ ਪੰਜਾਬੀ 'ਚ ਗੱਲ ਕਰਾਂ ਕਿ ਚੱਕਰ ਇੱਕ ਬਿੰਦੂ ਦਾ ਰਸਤਾ ਵਾ ਜਿਹੜਾ ਇੱਕ ਬਿੰਦੂ ਦੇ ਆਲੇ ਦੁਆਲੇ ਘੁੰਮਦਾ ਵਾ ਤੇ ਸਮਾਨ ਦੂਰੀ ਤੇ ਘੁੰਮਦਾ ਵਾ। ਜਿਸ ਬਿੰਦੂ ਦੇ ਦੁਆਲੇ ਘੁੰਮਦਾ ਵਾ ਉਹਨੂੰ ਉਹਦਾ ਕੇਂਦਰ ਕਹਿੰਦੇ ਆ, ਤੇ ਜਿਹੜੀ ਸਮਾਨ ਦੂਰੀ ਹੁੰਦੀ ਆ ਉਹਨੂੰ ਆਪਾਂ ਉਹਦਾ ਅਰਧ ਵਿਆਸ ਕਹਿੰਦੇ ਆ। ਤੋ ਜੀ ਅਗਲੀ ਸਲਾਈਡ 'ਚ ਤੁਸੀਂ ਦੇਖੋਗੇ ਡੈਫੀਨੇਸ਼ਨ ਸਰਕਮਫਰੈਂਸ। ਸਰਕਮਫਰੈਂਸ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਘੇਰਾ, ਪਰਿਮਾਪ। ਸਰਕਮਫਰੈਂਸ ਆਫ ਏ ਸਰਕਲ ਇਜ਼ ਪੈਰੀਮੀਟਰ। ਮਤਲਬ ਸਰਕਲ ਦਾ ਆਲਾ ਦੁਆਲਾ
ਜਿੱਦਾਂ ਮੈਂ ਗੱਲ ਕਰਦਾ ਵਾਂ, ਜੇਕਰ ਆਪਾਂ ਕਿਤੇ ਗੁਰਦੁਆਰੇ ਮੰਦਿਰ ਤੇ ਜਾਂਦੇ ਆ ਤੇ ਉੱਥੇ ਆਪਾਂ ਪਰਿਕਰਮਾ ਕਰਦੇ ਆ, ਤੇ ਇੱਕ ਜਗ੍ਹਾ ਤੋਂ ਸ਼ੁਰੂ ਹੋ ਕੇ ਆਪਾਂ ਫਿਰ ਉੱਥੇ ਘੁੰਮਦੇ ਆ, ਉਹਦਾ ਚੱਕਰ ਲਾਉਂਦੇ ਆ, ਦੈਟ ਇਜ਼ ਉਹਦਾ ਆਲਾ ਦੁਆਲਾ ਹੋ ਗਿਆ, ਉਹਨੂੰ ਆਪਾਂ ਸਰਕਮਫਰੈਂਸ, ਘੇਰਾ ਕਵਾਂਗੇ। ਡਾਇਆਮੀਟਰ ਬਾਰੇ ਮੈਂ ਗੱਲ ਕਰਤੀ ਵੀ ਡਾਇਆਮੀਟਰ ਇੱਕ ਲਾਈਨ ਸੈਗਮੈਂਟ ਆ, ਇੱਕ ਰੇਖਾ ਖੰਡ ਆ, ਜਿਹੜਾ ਚੱਕਰ ਦੇ ਕੇਂਦਰ ਵਿੱਚੋਂ ਪਾਸ ਕਰਦਾ ਵਾ ਤੇ ਚੱਕਰ ਦੇ ਉਹਦੇ ਐਂਡ ਪੁਆਇੰਟ ਦੋਵੇਂ ਚੱਕਰ ਦੇ ਉੱਤੇ ਹੁੰਦੇ ਆ। ਰੇਡੀਅਸ ਕੀ ਆ? ਜਿਹੜਾ ਇਕੁਏ ਡਿਸਟੈਂਸ ਆ। ਰੇਡੀਅਸ of a circle is distance from a center of circle to outside the edge, मतलब ਸਰਕਲ ਦੇ ਬਾਹਰਲਾ ਜਿਹੜਾ ਐਜ ਆ, ਸਰਕਮਫਰੈਂਸ ਆ, ਉਹ ਡਿਸਟੈਂਸ ਤੇ ਹਰ ਇੱਕ ਜਗ੍ਹਾ ਇੱਕੋ ਜਿਹਾ ਹੁੰਦਾ। ਆ ਦੇਖੋ ਇੱਕ ਸਲਾਈਡ ਤੁਸੀਂ ਵੇਖਦੇ ਪਏ ਆ, ਇਹਦੇ ਵਿੱਚ ਮੈਂ 4-5 ਪੁਆਇੰਟ ਦਿੱਤੇ ਹੈਗੇ ਨੇ। A ਤੇ B ਨੂੰ ਤੁਸੀਂ ਵੇਖੋਗੇ, ਇਹ ਚੱਕਰ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ, ਚੱਕਰ ਤੋਂ ਬਾਹਰ ਹੈਗੇ ਆ। ਇਹਦਾ ਮਤਲਬ ਜਿਹੜੇ ਪੁਆਇੰਟ ਚੱਕਰ ਤੋਂ ਬਾਹਰ ਹੁੰਦੇ ਨੇ, ਜਾਂ ਜਿਹੜਾ ਰੀਜਨ ਚੱਕਰ ਦੇ ਬਾਹਰ ਹੈਗਾ, ਉਹਨੂੰ ਆਪਾਂ ਕਹਿੰਦੇ ਐਕਸਟੀਰੀਅਰ, ਬਾਹਰਲੇ ਪੁਆਇੰਟ ਆ। ਹੁਣ ਇੱਕ ਪੁਆਇੰਟ C ਤੇ D, ਜਾਂ ਚੱਕਰ ਦਾ ਸੈਂਟਰ ਵੀ, ਇਹ ਚੱਕਰ ਦੇ ਅੰਦਰ ਆ, ਇਹਨੂੰ ਆਪਾਂ ਕਹਿੰਦੇ ਇੰਟੀਰੀਅਰ ਪੁਆਇੰਟਸ, ਅੰਦਰਲੇ ਬਿੰਦੂ। ਪਰ ਤੁਸੀਂ ਵੇਖਦੇ ਪਏ ਆ, ਇੱਕ ਪੁਆਇੰਟ P ਆ ਤੇ ਇੱਕ Q ਆ, ਇਹ ਨਾ ਚੱਕਰ ਦੇ ਬਾਹਰ ਆ ਤੇ ਨਾ ਚੱਕਰ ਦੇ ਅੰਦਰ ਆ। ਪਰ ਤੁਸੀਂ ਵੇਖਦੇ ਪਏ ਆ ਵੀ ਇਹ ਚੱਕਰ ਦੇ ਸਰਕਮਫਰੈਂਸ, ਚੱਕਰ ਦਾ ਜਿਹੜਾ ਘੇਰਾ ਵਾ, ਉਹਦੇ ਉੱਪਰ ਲੋਕੇਟ ਆ, ਉਹਦੇ ਉੱਪਰ। ਇਹਦਾ ਮਤਲਬ ਪੁਆਇੰਟ P ਤੇ Q ਦੋਵੇਂ ਚੱਕਰ ਦੀ ਪਰਿਧੀ, ਚੱਕਰ ਦਾ ਘੇਰਾ, ਚੱਕਰ ਦਾ ਪਰਿਮਾਪ ਉਹਦੇ ਉੱਪਰ ਆ। ਇਹਨਾਂ ਪੁਆਇੰਟਾਂ ਨੂੰ ਆਪਾਂ ਚੱਕਰੀ ਬਿੰਦੂ ਕਹਿੰਦੇ ਆ। ਅੰਗਰੇਜ਼ੀ ਵਿੱਚ ਇਹਨੂੰ ਕੌਨਸਾਈਕਲਿਕ ਪੁਆਇੰਟ ਕਹਿੰਦੇ ਆ। ਦਾ ਪੁਆਇੰਟ ਵਿਚ ਆਰ ਲਾਈਜ਼ ਔਨ ਦੀ ਸਰਕਲ, ਜਿਹੜੇ ਚੱਕਰ ਦੇ ਉੱਪਰ ਸਥਿਤ ਹੋਣਗੇ, ਉਹਨਾਂ ਨੂੰ ਆਪਾਂ ਕੌਨਸਾਈਕਲਿਕ ਪੁਆਇੰਟ ਕਵਾਂਗੇ, ਚੱਕਰੀ ਬਿੰਦੂ। ਹੁਣ ਸਰਕਮਫਰੈਂਸ ਦੀ ਗੱਲ ਆ ਗਈ। ਸਰਕਮਫਰੈਂਸ ਕੀ ਹੋ ਗਿਆ? ਘੇਰਾ। ਮੰਨ ਲਓ ਕਿ ਚੱਕਰ ਦਾ ਘੇਰਾ ਕੱਢਣਾ ਆਪਾਂ, ਤੇ ਚੱਕਰ ਦਾ ਘੇਰਾ ਹੋਊਗਾ C ਫॉर ਸਰਕਮਫਰੈਂਸ ਬਰਾਬਰ ਪਾਈ D, C ਇਜ਼ ਇਕੁਅਲ ਟੂ 2 ਪਾਈ R। ਆ ਜਿਹੜਾ ਪਾਈ ਸ਼ਬਦ ਆ ਨਾ, ਪਾਈ ਇੱਕ ਕਾਂਸਟੈਂਟ ਵੈਲਿਊ ਆ, ਇਹਦੀ ਵੈਲਿਊ 3.142 ਲਿਖੀ ਆ, ਕਿਉਂਕਿ ਇਹਦੀ ਵੈਲਿਊ 22/7 ਵੀ ਹੁੰਦੀ ਹੈ, 355/113 ਵੀ ਹੁੰਦੀ ਆ। ਇਹ ਮਤਲਬ ਇਰਰੈਸ਼ਨਲ ਨੰਬਰ ਆ, ਇਹਦਾ ਐਂਡ ਨਹੀਂ ਹੈਗਾ। ਸੋ ਪਾਈ ਵੈਸੇ ਹੈ ਕੀ ਹੈ? ਪਾਈ ਦਾ ਮਤਲਬ ਕਿ ਵੀ ਕਿਸੇ ਚੱਕਰ ਦਾ ਸਰਕਮਫਰੈਂਸ ਤੇ ਉਹਦਾ ਡਾਇਆ, ਉਹਨਾਂ ਦੋਵਾਂ ਦੀ ਰੇਸ਼ੀਓ ਨੂੰ ਆਪਾਂ ਉਹਦਾ ਪਾਈ ਕਹਿੰਦੇ ਆ, ਤੇ ਇਹ ਕਾਂਸਟੈਂਟ ਹੁੰਦੀ ਹੈ। ਇਹਦੀ ਭਾਵੇਂ ਚੱਕਰ ਵੱਡਾ ਤੇ ਭਾਵੇਂ ਛੋਟਾ ਵਾ, ਇਹਦੇ ਵਿੱਚ ਪਾਈ ਦੀ ਵੈਲਿਊ ਜਿਹੜੀ ਆ ਉਹ 3.142 ਜਾਂ 22/7 ਆਪਾਂ ਯੂਜ਼ ਕਰਾਂਗੇ। ਇਸ ਤੋਂ ਬਾਅਦ ਸਰਕਮਫਰੈਂਸ ਦੀ ਐਗਜ਼ਾਮਪਲ ਆ ਗਈ। ਇੱਕ ਚੱਕਰ ਆ ਜਿਹਦਾ ਡਾਇਆਮੀਟਰ 6 ਸੈਂਟੀਮੀਟਰ ਆ, ਤੇ ਜੇ ਸਰਕਲ ਦਾ ਡਾਇਆ ਦਿੱਤਾ ਹੈਗਾ ਤੇ ਆਪਾਂ ਨੂੰ ਫਾਰਮੂਲਾ ਯਾਦ ਹੋ ਗਿਆ ਕਿ C ਇਜ਼ ਇਕੁਅਲ ਟੂ ਪਾਈ D। तो पाई कितना हो गया? 3.142। ਤੁਸੀਂ ਕਈ ਜਗ੍ਹਾ ਤੇ 3.14 ਵੀ ਲੈਂਦੇ ਆ, ਪਰ ਆਪਾਂ ਟੈਕਨੀਕਲ ਸਟੂਡੈਂਟ ਆ, ਕਿਉਂਕਿ ਟੈਕਨੀਕਲ ਜਦੋਂ 3.14 ਆ ਜਾਂ 22/7 ਆ, ਜਦੋਂ ਆਪਾਂ 9ਵੀਂ 10ਵੀਂ ਕਲਾਸ ਕਰਦੇ ਸੀ, ਕਿਉਂਕਿ ਹੁਣ ਟੈਕਨੋਲੋਜੀ ਦੇ ਵਿੱਚ ਆਪਾਂ ਉਹਦੀ ਨੀਅਰੈਸਟ ਵੈਲਿਊ ਲੈਣੀ ਆ, ਕਿਉਂਕਿ ਆਪਾਂ ਪਾਰਟਸ ਬਣਾਉਣੇ ਆ, ਜਿਸ ਤਰ੍ਹਾਂ ਟਰਨਰ ਆ, ਜਿਸ ਤਰ੍ਹਾਂ ਮਤਲਬ ਕੋਈ ਵੀ ਮਤਲਬ ਉਹਦੀ ਟੋਲਰੈਂਸ ਜਿਹੜੀ ਆਪਾਂ ਘੱਟ ਤੋਂ ਘੱਟ ਰੱਖਣੀ ਆ, ਜਿਹਦਾ ਮਤਲਬ ਉਹਦੀ ਵੈਲਿਊ ਜਿਹੜੀ ਆਪਾਂ 3.14 ਯੂਜ਼ ਕਰਦੇ ਹਾਂ। ਸੋ 3.142 ਗੁਣਾ 6, ਇਹ ਆ ਗਿਆ ਜੀ 18.85 ਸੈਂਟੀਮੀਟਰ। ਤੇ ਸਰਕਮਫਰੈਂਸ ਜੇ ਰੇਡੀਅਸ ਦਿੱਤਾ ਵਾ, ਦੂਸਰੀ ਸਰਕਲ ਦਾ ਰੇਡੀਅਸ ਦਿੱਤਾ ਵਾ 4 ਸੈਂਟੀਮੀਟਰ, ਤੇ ਸਰਕਮਫਰੈਂਸ ਕਿਹਦੇ ਬਰਾਬਰ ਹੋਊਗਾ? ਚੱਕਰ ਦਾ ਘੇਰਾ 2 ਪਾਈ R, 2 ਗੁਣਾ ਪਾਈ ਦੀ ਵੈਲਿਊ 3.142 ਗੁਣਾ 4, ਜਦੋਂ ਗੁਣਾ ਕਰਾਂਗੇ ਇਹ ਆਊਗਾ 25.14 ਸੈਂਟੀਮੀਟਰ। ਸੋ ਇਸ ਤਰ੍ਹਾਂ ਜੇਕਰ ਤੁਹਾਨੂੰ ਚੱਕਰ ਦਾ ਵਿਆਸ ਦਿੱਤਾ ਹੋਊਗਾ, ਚੱਕਰ ਦਾ ਅਰਧ ਵਿਆਸ ਦਿੱਤਾ ਹੋਊਗਾ, ਤੁਸੀਂ ਇਹਨਾਂ ਫਾਰਮੂਲਿਆਂ ਨੂੰ ਯੂਜ਼ ਕਰਦੇ ਹੋਏ ਉਹਨਾਂ ਦਾ ਸਰਕਮਫਰੈਂਸ, ਉਹਦਾ ਘੇਰਾ ਕੱਢ ਲਵਾਂਗੇ। ਸੋ ਆਪਾਂ ਅਗਲੀ ਸਲਾਈਡ ਤੇ ਜਾਂਦੇ ਹਾਂ। ਏਰੀਆ ਆਫ ਸਰਕਲ। ਸਰਕਮਫਰੈਂਸ ਤੇ ਹੋ ਗਿਆ ਘੇਰਾ। ਏਰੀਆ ਆਫ ਸਰਕਲ ਦਾ ਮਤਲਬ ਕੀ ਆ ਵੀ ਕਿੰਨਾ ਏਰੀਆ। ਮੈਂ ਪਹਿਲਾਂ ਗੱਲ ਕੀਤੀ ਸੀ ਐਕਸਟੀਰੀਅਰ ਪੁਆਇੰਟ, ਇੰਟੀਰੀਅਰ ਪੁਆਇੰਟ, ਇਹਦਾ ਮਤਲਬ ਜਿੰਨਾ ਚੱਕਰ ਨੇ ਸਰਕਮਫਰੈਂਸ ਦੇ ਅੰਦਰ ਜਿੰਨਾ ਏਰੀਆ ਉਹਨੇ ਮੱਲਿਆ ਹੋਇਆ ਵਾ, ਜਿਹੜਾ ਰੀਜਨ
ਉਹਨੂੰ ਆਪਾਂ ਚੱਕਰ ਦਾ ਏਰੀਆ ਆਫ ਸਰਕਲ ਕਹਿੰਦੇ ਆ। ਏਰੀਆ ਆਫ ਸਰਕਲ ਦਾ ਫਾਰਮੂਲਾ ਪਾਈ ਆਰ ਸਕੁਅਰ ਹੁੰਦਾ। ਇਹ ਇਹਦਾ ਮਤਲਬ ਸੂਤਰ ਆ, ਇਹ ਆਪਾਂ ਯਾਦ ਰੱਖਣਾ ਵਾ। ਚੱਕਰ ਦਾ ਖੇਤਰਫਲ ਪਾਈ ਆਰ ਸਕੁਅਰ, ਤੇ ਪਾਈ ਦੀ ਵੈਲਿਊ ਉਹੀ ਜਿਹੜੀ ਆਪਾਂ ਪਿੱਛੇ ਗੱਲ ਕੀਤੀ 3.142 ਜਾਂ 22/7। ਹੁਣ ਇੱਕ ਐਗਜ਼ਾਮਪਲ ਆ ਗਈ, ਏਰੀਆ ਆਫ ਸਰਕਲ ਨੂੰ ਕੱਢਣਾ ਵਾ। ਇੱਕ ਚੱਕਰ ਤੁਸੀਂ ਵੇਖਦੇ ਪਏ ਆ ਜਿਹਦਾ ਰੇਡੀਅਸ 6 ਸੈਂਟੀਮੀਟਰ। ਸਾਨੂੰ ਪਤਾ, ਹੁਣੇ ਪਿੱਛੇ ਪੜਿਆ ਸੀ ਫਾਰਮੂਲਾ ਆਪਾਂ, ਕਿਹੜਾ ਵਾਲਾ? ਏਰੀਆ ਆਫ ਸਰਕਲ ਪਾਈ ਆਰ ਸਕੁਅਰ ਹੁੰਦਾ, ਤੇ ਪਾਈ ਕਿੰਨਾ ਆ ਗਿਆ 3.142, ਤੇ ਆਰ ਕਿੰਨਾ ਵਾ 6, ਤੇ 6 ਦਾ ਸਕੁਅਰ, ਤੇ 6 ਦਾ ਜਦੋਂ ਸਕੁਅਰ ਕਰੋਗੇ 6 ਛੀਕਾ 36 ਆ ਗਿਆ, ਤੇ 3.142 ਨੂੰ 36 ਨਾਲ ਗੁਣਾ ਕਰ ਲਿਆ, ਇਹ ਆ ਗਿਆ ਜੀ 113.11 ਸੈਂਟੀਮੀਟਰ ਸਕੁਅਰ। ਸੋ ਇੱਕ ਗੱਲ ਯਾਦ ਰੱਖਣੀ, ਆਲਵੇਜ਼ ਟੇਕ ਕੇਅਰ ਆਫ ਯੂਨਿਟਸ। ਆਪਾਂ ਯੂਨਿਟਸ ਦਾ ਧਿਆਨ ਰੱਖਣਾ ਵਾ। ਜਿਹੜਾ ਸਰਕਮਫਰੈਂਸ ਆ ਉਹ ਆਪਾਂ ਸਿੰਪਲ ਯੂਨਿਟਸ ਲੈਂਦੇ ਆ, ਜਿਹੜਾ ਏਰੀਆ ਵਾ ਉਹ ਆਪਾਂ ਸਕੁਅਰ ਵਰਗ ਯੂਨਿਟ ਵਿੱਚ ਏਰੀਆ ਲੈਂਦੇ ਆ। ਜਿਹੜਾ ਏਰੀਆ ਵਾ ਉਹ ਵਰਗ ਮਤਲਬ ਸਕੁਅਰ ਯੂਨਿਟ ਦੇ ਵਿੱਚ ਆਊਗਾ। ਦੂਸਰੀ ਐਗਜ਼ਾਮਪਲ ਇੱਕ ਆ ਗਈ, ਜਦੋਂ ਡਾਇਆਮੀਟਰ ਦਿੱਤਾ ਤੁਹਾਨੂੰ ਏਰੀਆ ਆਫ ਸਰਕਲ, ਤੋਂ ਇਹਦੇ ਵਿੱਚ ਡਾਇਆ ਦਿੱਤਾ 8 ਸੈਂਟੀਮੀਟਰ, ਰੇਡੀਅਸ ਕਿੰਨਾ ਹੋਊਗਾ d/2, ਤੇ 8/2 ਆ ਜਾਊਗਾ, ਇਹ 4 ਸੈਂਟੀਮੀਟਰ, ਤੇ ਏਰੀਆ ਆਫ ਸਰਕਲ ਪਾਈ ਆਰ ਸਕੁਅਰ 3.142 ਗੁਣਾ 4 ਦਾ ਸਕੁਅਰ, 4 ਚੌਕੇ 16 ਹੁੰਦੇ ਨੇ, ਤੇ 3.142 ਗੁਣਾ 16, ਇਹ ਕਿੰਨਾ ਆ ਗਿਆ ਜੀ 50.27 ਸੈਂਟੀਮੀਟਰ, 50.27 ਸੈਂਟੀਮੀਟਰ ਸਕੁਅਰ। ਤੁਸੀਂ ਇਹਨੂੰ ਇਦਾਂ ਵੀ ਕੱਢ ਸਕਦੇ ਆ ਡਾਏ ਨਾਲ, ਜੇ ਡਾਏ ਵਾਲਾ ਫਾਰਮੂਲਾ ਵੀ ਯੂਜ਼ ਕਰ ਸਕਦੇ ਆ ਵੀ ਚੱਕਰ ਦਾ ਜਿਹੜਾ ਖੇਤਰਫਲ you have diameter, ਜੇ ਤੁਹਾਡੇ ਕੋਲ diameter π/4 d ਦੀ ਪਾਵਰ 2 ਕਰ ਦੋਗੇ ਤੇ ਫਿਰ ਵੀ ਤੁਹਾਡਾ ਸਿੱਧਾ ਤੁਸੀਂ ਇਹਦਾ ਏਰੀਆ ਕੱਢ ਸਕਦੇ ਹੋ। ਆਰਕ, ਆਰਕ ਕੀ ਚੀਜ਼ ਹੁੰਦੀ ਹੈ? ਹੁਣ ਚੱਕਰ ਦੀ ਆਰਕ ਨੂੰ ਪੰਜਾਬੀ ਚ ਕਹਿੰਦੇ ਚਾਪ। ਚੱਕਰ ਦੀ ਚਾਪ ਇੱਕ ਪੋਰਸ਼ਨ ਆ, ਇਹ ਪੋਰਸ਼ਨ ਆਫ ਸਰਕਮਫਰੈਂਸ ਆਫ ਏ ਸਰਕਲ, ਸਰਕਲ ਦੇ ਘੇਰੇ ਦੇ ਉੱਪਰ ਇੱਕ ਪੋਰਸ਼ਨ, ਇੱਕ ਪਾਰਟ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਹੁਣ ਦੇਖੋ ਇਹਦੇ ਵਿੱਚ ਇੱਕ ਚਾਪ ਆ, ਇਹ ਤੁਹਾਨੂੰ ਨਜ਼ਰ ਆਉਂਦੀ ਪਈ ਆਰਕ, ਇਹਦਾ ਐਂਗਲ ਥੀਟਾ ਵਾ। ਥੀਟਾ ਦਾ ਮਤਲਬ ਕਿ ਜਿਹੜੀ ਚਾਪ ਹੁੰਦੀ ਨਾ, ਚੱਕਰ ਦੀ ਚਾਪ ਨੂੰ ਆਪਾਂ ਉਹਦਾ ਜਿਹੜਾ ਯੂਨਿਟ ਆ, ਮਤਲਬ ਡਿਗਰੀ ਮੇਜਰਮੈਂਟ ਆਫ ਐਨ ਆਰਕ, ਕਿਸੇ ਵੀ ਆਰਕ ਨੂੰ ਆਪਾਂ ਉਹਦੀ ਡਿਗਰੀ ਵਿੱਚ ਮਿਲਿਆ ਜਾਂਦਾ, ਕਿਉਂਕਿ ਉਹਦਾ ਯੂਨਿਟ ਡਿਗਰੀ ਦੇ ਵਿੱਚ ਆ। ਡਿਗਰੀ ਦਾ ਮਤਲਬ ਉਹ ਆਰਕ ਸੈਂਟਰ ਵਿੱਚ ਕਿੰਨਾ ਕੋਣ ਬਣਾਉਂਦੀ ਹੈ, ਜਿੰਨਾ ਕੋਣ ਉਹ ਕੇਂਦਰ ਤੇ ਪ੍ਰਕਾਸ਼ਿਤ ਕਰਦੀ ਆ, ਤੇ ਉਹਨੂੰ ਆਪਾਂ ਉਹਦਾ ਮੇਜਰਮੈਂਟ ਕਹਿੰਦੇ ਆ, ਉਹ ਉਹਦਾ ਮਾਪ ਹੁੰਦਾ। ਸੋ ਚੱਕਰ ਦੀ ਚਾਪ ਦਾ ਮਾਪ ਆਪਾਂ ਕਹਿ ਸਕਦੇ ਹਾਂ ਕਿ ਹਾਊ ਮਚ ਇਜ਼ ਸਬਸਟੈਂਟ ਐਂਗਲ ਐਟ ਦੀ ਸੈਂਟਰ, ਮਤਲਬ ਚੱਕਰ ਦੇ ਸੈਂਟਰ ਦੇ ਵਿੱਚ ਕਿੰਨੇ ਡਿਗਰੀ ਐਂਗਲ ਬਣਾਇਆ, ਉਹਨੂੰ ਆਪਾਂ ਮਤਲਬ ਕਹਾਂਗੇ ਚੱਕਰ ਦੀ ਚਾਪ ਦਾ ਮਾਪ। तो अपने को ਆ ਦੇਖੋ ਅਗਲੀ ਸਲਾਈਡ ਦੇ ਵਿੱਚ ਤੁਸੀਂ ਚਾਪ ਵੇਖਦੇ ਪਏ ਆ, ਮਾਈਨਰ ਆਰਕ ਇੱਕ ਨੀਲੇ ਕਲਰ ਵਿੱਚ ਆ, ਰੈੱਡ ਵਿੱਚ ਮੇਜਰ ਆਰਕ ਆ, ਫਿਰ ਸੈਮੀ ਸਰਕਲ ਆਰਕ ਆ। ਸੋ ਵੈਸੇ ਆਪਾਂ ਮਤਲਬ ਕਈ ਵਾਰੀ ਦਿਮਾਗ ਸੋਚਦੇ ਆ ਕਿ ਮਾਈਨਰ ਆਰਕ ਜਿਹੜੀ ਆ ਨਾ ਉਹ ਇਹ ਮਾਈਨਰ ਹੋਊਗੀ, ਛੋਟੀ ਹੋਊਗੀ, ਮੇਜਰ ਜਿਹੜੀ ਵੱਡੀ ਹੋਊਗੀ, ਸੈਮੀ ਸਰਕਲ ਜਿਹੜੀ ਅੱਧੀ ਹੋਊਗੀ। ਮਤਲਬ ਮਾਈਨਰ ਆਰਕ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਲਘੂ ਚਾਪ, ਤੇ ਜਿਹੜੀ ਮੇਜਰ ਆਰਕ ਆ ਉਹਨੂੰ ਆਪਾਂ ਕਹਿੰਦੇ ਆ ਦੀਰਘ ਚਾਪ, ਤੇ ਜਿਹੜੀ ਸੈਮੀ ਸਰਕਲ ਆਰਕ ਆ ਉਹਨੂੰ ਆਪਾਂ ਕਹਿੰਦੇ ਆ ਅਰਧ ਚੱਕਰੀ ਚਾਪ। ਸੋ ਆਪਣੇ ਕੋਲੋਂ ਮਾਈਨਰ ਆਰਕ ਜਿਹੜੀ ਆ ਜਿਹਦੀ ਚਾਪ ਦਾ ਮਾਪ 180 ਡਿਗਰੀ ਤੋਂ ਘੱਟ ਹੋਊਗਾ, ਮਤਲਬ ਸੈਂਟਰ ਵਿੱਚ ਜੇ ਐਂਗਲ 180 ਤੋਂ ਘੱਟ ਬਣੂਗਾ ਉਹਨੂੰ ਆਪਾਂ ਮਾਈਨਰ ਆਰਕ ਕਹਾਂਗੇ, ਤੇ ਜਿਹਦੇ ਵਿੱਚ 180 ਤੋਂ ਵੱਧ ਬਣੂਗਾ ਉਹਨੂੰ ਆਪਾਂ ਮੇਜਰ ਆਰਕ ਕਹਾਂਗੇ। ਜਿੱਦਾਂ ਸੀ ਤੋਂ ਬੀ ਚਲ ਜਾਓ, ਸੀ ਡੀ ਬੀ, ਤੋਂ BC ਜਿਹੜੀ ਆ ਉਹ ਮਾਈਨਰ ਹੈਗੀ ਆ, CDB ਜਿਹੜੀ ਆ ਉਹ ਮੇਜਰ ਹੈਗੀ। ਤੇ ਸੈਮੀ ਸਰਕਲ ਆਰਕ ਜਿਹੜੀ ਆ EHG, ਜਿਹਦਾ ਮਾਪ ਐਗਜ਼ੈਕਟਲੀ 180 ਡਿਗਰੀ ਹੋਊਗਾ, ਉਹਨੂੰ ਮਤਲਬ ਆਪਾਂ ਅਰਧ ਚੱਕਰੀ ਚਾਪ ਕਹਿੰਦੇ ਆ। ਲੈਂਥ ਆਫ ਆਰਕ, ਉਹਦੇ ਵਿੱਚ ਦੇਖੋ ਆਪਾਂ
LA ਦਾ मतलब लेंथ ऑफ आर्क इज इक्वल टू N बटा 360 डिग्री गुणा 2 पाई R। मतलब N की है जिन्ना उन्हें सेंटर ते एंगल बनाया, जिन्ना चाप दा माप आ। R की है रेडियस ते ਇਹਦੇ ਵਿੱਚ ਚੱਕਰ ਦੀ ਚਾਪ ਦਾ ਜਿਹੜਾ ਮਾਪ ਲੈਂਥ ਆਫ ਆਰਕ ਜਿਹੜੀ ਆ ਉਹਨੂੰ ਆਪਾਂ ਮਤਲਬ n ਬਾਈ 360 2 ਪਾਈ r 2 ਪਾਈ r ਕੀ ਆ ਚੱਕਰ ਦਾ ਘੇਰਾ। ਸੋ ਇਦਾਂ ਆਪਾਂ ਇਹ ਚੱਕਰ ਦੀ ਚਾਪ ਦੀ ਲੰਬਾਈ ਆਪਾਂ ਕੱਢ ਲਾਂਗੇ। ਵੇਖੋ ਹੁਣ ਆਰਕ ਲੈਂਥ, ਹੁਣ ਲੈਂਥ ਆਫ ਆਰਕ ਜਿਹੜੀ ਆ ਹੁਣ ਇੱਕ ਚੱਕਰ ਦਾ ਜਿਹੜਾ रेडियस आ थोड़ा लिखन जिथे 12 सेंटीमीटर लिखा गया, वैसे हाँ लिखा 12 सेंटीमीटर नजर आता होगा। तो लेंथ ऑफ आर्क जी n बाई 360 गुणा 2 पाई आर। इत्थे हुण जिहड़ा n की आ ਚੱਕਰ ਦੀ ਚਾਪ ਦਾ ਮਾਪ, मतलब ਉਹਦਾ एंगल किन्ना वा, ਉਹਦਾ एंगल हैगा 45 डिग्री। 45 बटा 360 गुणा 2 गुणा 3.142 गुणा 12, क्योंकि पाई की वैल्यू 3.142 वा ते आर जिहड़ा तुहाडे कोल 12 वा। ਇਹਨੂੰ ਜਦੋਂ ਸੋਲਵ ਕਰ ਲੋਗੇ 45 एकम 45 ਹੁੰਦਾ ਤੇ 45 8 100 360 ਹੋ ਗਿਆ। 1/8 ਗੁਣਾ 75.41 ਉਹਨੂੰ ਗੁਣਾ ਕਰਕੇ ਆ ਗਿਆ। ਇਹ ਤੁਹਾਡੇ ਕੋਲ ਆ ਗਿਆ 9.43 ਸੈਂਟੀਮੀਟਰ। ਇਹ ਚਾਪ ਦਾ ਤੁਹਾਡਾ ਲੈਂਥ ਆ ਗਈ। ਇਸ ਤਰ੍ਹਾਂ ਤੁਸੀਂ ਮਤਲਬ ਕਿਸੇ ਚਾਪ ਦੀ ਲੈਂਥ ਕੱਢ ਸਕਦੇ ਹੋ। ਜਿੱਦਾਂ ਮਤਲਬ ਕੋਈ ਵੈਲਡਿੰਗ ਵਾਲੇ ਬੱਚੇ ਬੈਠੇ ਹੋਣਗੇ, ਉਹ ਵੈਲਡਿੰਗ ਜਦੋਂ ਕਰਦੇ ਆ, ਜਦੋਂ ਉਹਨਾਂ ਨੇ ਕੋਈ ਗੁਲਾਈ ਦੇ ਵਿੱਚ ਕੋਈ ਮਤਲਬ ਵੈਲਡਿੰਗ ਕਰਨੀ ਆ, ਆਰਕ ਵੈਲਡਿੰਗ ਕਰਦੇ ਆ, ਉਹਦੇ ਵਿੱਚ ਫਿਰ ਜਿਹੜਾ ਉਹਨਾਂ ਨੂੰ ਪਤਾ ਹੈਗਾ ਵੀ ਉਹਦੀ ਲੈਂਥ ਜੇ ਕੱਢਣੀ ਆ ਤੇ ਗੁਲਾਈਆਂ ਦੇ ਵਿੱਚ ਜਿਹੜੇ ਜੇ ਵੈਲਡਿੰਗ ਕੀਤੇ ਆ ਤੇ ਆਪਾਂ ਇਦਾਂ ਉਹਦੀ ਚਾਪ ਦਾ ਮਤਲਬ ਲੈਂਥ ਕੱਢ ਕੇ ਆਪਾਂ ਵੈਲਡਿੰਗ ਦਾ ਸਾਈਜ਼ ਕੱਢ ਲਵਾਂਗੇ। ਸੈਕਟਰ, ਹੁਣ ਵੇਖੋ ਸੈਕਟਰ ਸ਼ਬਦ ਤੋਂ ਸੁਣ ਕੇ ਸਾਰਿਆਂ ਦਿਮਾਗ 'ਚ ਆ ਗਿਆ ਹੋਊਗਾ ਵੀ ਸੈਕਟਰ ਸ਼ਬਦ ਆਪਾਂ ਕਿਤੇ ਸੁਣਦੇ ਆ। ਸੈਕਟਰ ਜਿਹੜਾ ਨਾ ਆਪਾਂ ਮੋਸਟਲੀ ਸੁਣਦੇ ਚੰਡੀਗੜ੍ਹ, ਚੰਡੀਗੜ੍ਹ ਦੇ ਵਿੱਚ ਸੈਕਟਰ ਚੱਲਦੇ ਆ। ਅੰਮ੍ਰਿਤਸਰ ਜਾਓਗੇ ਉੱਥੇ ਰਣਜੀਤ ਐਵੀਨਿਊ, ਮਤਲਬ ਐਵੀਨਿਊਜ਼ ਚੱਲਦੀਆਂ, ਮਤਲਬ ਵੱਖ-ਵੱਖ ਸ਼ਹਿਰਾਂ 'ਚ ਮਹੱਲੇ ਚੱਲਦੇ ਆ। ਪਰ ਚੰਡੀਗੜ੍ਹ ਦੇ ਵਿੱਚ ਜਿਹੜਾ ਵਾ ਉਹ ਕੀ ਚੱਲਦਾ ਵਾ, ਚੰਡੀਗੜ੍ਹ ਦੇ ਵਿੱਚ ਸੈਕਟਰ। तो ਸੈਕਟਰ ਕੀ ਆ? ਸੈਕਟਰ ਕੀ ਇੱਕ ਚੱਕਰ ਦਾ ਖੇਤਰ ਆ ਜਿਹੜਾ ਦੋ ਅਰਧ ਵਿਆਸਾਂ ਦੇ ਵਿਚਕਾਰ ਹੁੰਦਾ ਵਾ। ਇਹ ਸੈਕਟਰ ਇਜ਼ ਪਾਰਟ ਆਫ ਸਰਕਲ ਇਨਕਲੋਜ਼ ਬਾਈ 2 ਰੇਡੀਆਈ। ਰੇਡੀਆਈ ਕੀ ਆ? ਰੇਡੀਅਸ ਦਾ ਬਹੁਵਚਨ, ਅਰਧ ਵਿਆਸ ਦਾ ਬਹੁਵਚਨ ਅੰਗਰੇਜ਼ੀ ਦੇ ਵਿੱਚ। तो ਸੈਕਟਰ ਇੱਕ ਉਹ ਚੀਜ਼ ਆ ਜਿਹੜੀ ਮਤਲਬ ਦੋ ਅਰਧ ਵਿਆਸਾਂ ਦੇ ਵਿਚਕਾਰ ਇੱਕ ਏਰੀਆ ਵਾ। ਸੋ ਉਹਨੂੰ ਆਪਾਂ ਮਤਲਬ ਸੈਕਟਰ ਕਹਿੰਦੇ ਆ। ਸੈਕਟਰ ਵੀ ਉਸੇ ਤਰ੍ਹਾਂ ਮਾਈਨਰ ਸੈਕਟਰ ਤੇ ਮੇਜਰ ਸੈਕਟਰ। ਜਿਹੜਾ ਮਾਈਨਰ ਆਰਕ ਵਾਲੇ ਪਾਸੇ ਦੇਖੋਗੇ ਉਹ ਤੁਹਾਡਾ ਮਾਈਨਰ ਸੈਕਟਰ ਆ, ਜਿਹੜਾ ਇੱਧਰ ਆ ਉਹ ਤੁਹਾਡਾ ਮੇਜਰ ਸੈਕਟਰ। ਸੋ ਮੈਂ ਅੱਗੇ ਚੱਲਦਾ। ਇਸ ਤੋਂ ਬਾਅਦ ਏਰੀਆ ਆਫ ਸੈਕਟਰ ਜੇ ਕੱਢਣਾ ਵਾ, ਇਹਦੇ ਵਾਸਤੇ ਫਾਰਮੂਲਾ ਵੈਸੇ ਤੁਸੀਂ 9ਵੀਂ 10ਵੀਂ 'ਚ ਪੜ੍ਹਿਆ ਵਾ ਕਿ ਸੈਕਟਰ ਦਾ ਏਰੀਆ ਪਾਈ ਆਰ ਸਕੁਆਇਰ ਥੀਟਾ ਬਟਾ 360 ਡਿਗਰੀ ਹੁੰਦਾ, ਪਰ ਅਸੀਂ ਭੁੱਲ ਜਾਂਦੇ ਆ। ਸੋ ਆਪਾਂ ਇਹਨੂੰ ਯਾਦ ਕਿੱਦਾਂ ਕਰਨਾ ਵੀ ਏਰੀਆ ਆਫ ਸੈਕਟਰ। ਹੁਣ ਵੇਖੋ ਜਿੱਦਾਂ ਕਲਾਸ ਦਾ ਟੈਸਟ ਉਹ ਤੁਹਾਡਾ ਹੋਇਆ 10 ਨੰਬਰਾਂ ਦਾ, ਤੁਹਾਡੇ ਨੰਬਰ ਕਿੰਨੇ ਆਏ 5। ਇਹਦਾ ਮਤਲਬ ਹੁਣ ਪੂਰਾ ਸਰਕਲ ਏਰੀਆ ਆਫ ਸੈਕਟਰ ਕੱਢਣਾ ਵਾ। ਇਹਦੇ ਨਾਲ ਆਪਾਂ ਕਰਾਂਗੇ ਏਰੀਆ ਆਫ ਸਰਕਲ ਨਾਲ, ਤੇ ਸੈਂਟਰ ਐਂਗਲ ਕਿੰਨਾ ਤੇ ਟੋਟਲ ਸਰਕਲ ਦਾ ਐਂਗਲ ਕਿੰਨਾ, ਉਹ 360 ਡਿਗਰੀ। ਇਹ ਦੋਵੇਂ ਚੀਜ਼ਾਂ ਬਰਾਬਰ ਹੁੰਦੀਆਂ ਤੇ ਇਹਦਾ ਮਤਲਬ a ਬਾਈ ਪਾਈ ਆਰ ਸਕੁਆਇਰ। ਇਹ ਕੀ ਆ? ਏਰੀਆ ਆਫ ਸੈਕਟਰ। ਪਾਈ ਆਰ ਸਕੁਆਇਰ ਕੀ ਆ? ਚੱਕਰ ਦਾ ਖੇਤਰ। n ਕੀ ਆ? ਜਿਹੜਾ ਸੈਕਟਰ ਆ ਉਹਦਾ ਐਂਗਲ ਤੇ 360 ਡਿਗਰੀ। ਇਹਦਾ ਮਤਲਬ ਇਹਦੇ ਚ ਏਰੀਆ ਦਾ ਫਾਰਮੂਲਾ ਬਣ ਗਿਆ n ਬਟਾ 360 ਡਿਗਰੀ ਗੁਣਾ ਪਾਈ ਆਰ ਸਕੁਆਇਰ। ਇਸ ਤਰ੍ਹਾਂ ਫਿਰ ਆਪਾਂ ਚੱਕਰ ਦਾ ਜਿਹੜਾ ਅਰਧ ਵਿਆਸੀ ਖੰਡ, ਚੱਕਰ ਦੇ ਜਿਹੜਾ ਸੈਕਟਰ ਹੁੰਦਾ ਇਹਨੂੰ ਆਪਾਂ ਅਰਧ ਵਿਆਸੀ ਖੰਡ ਵੀ ਕਹਿੰਦੇ ਹਾਂ। ਸੋ ਇਸ ਤਰ੍ਹਾਂ ਆਪਾਂ ਇਹਦਾ ਏਰੀਆ ਫਾਈਂਡ ਕਰ ਸਕਦੇ ਹਾਂ। ਇਸ ਤੋਂ ਬਾਅਦ ਦੇਖੋ ਆ ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਕਲਰ ਕਰਕੇ। ਆ ਵੇਖੋ ਗ੍ਰੀਨ ਕਲਰ ਦੇ ਵਿੱਚ ਇਹ ਤੁਹਾਡਾ ਮਾਈਨਰ ਸੈਕਟਰ ਆ, ਤੇ ਜਿਹੜਾ ਇੱਧਰ ਬਲੂ ਆ ਇਹਦੇ ਵਿੱਚ ਦੇਖੋ ਇਹ ਤੁਹਾਡਾ ਮੇਜਰ ਸੈਕਟਰ ਆ। ਇਹਦੇ ਵਿੱਚ ਫਾਈਂਡ ਦਾ ਏਰੀਆ ਆਫ ਮਾਈਨਰ ਸੈਕਟਰ ਏ ਬੀ। ਇਹਦੇ ਵਿੱਚ ਮਾਈਨਰ ਸੈਕਟਰ ਦਾ ਏਰੀਆ ਕੱਢਣਾ। ਤੇ ਸੈਕਟਰ ਦਾ ਫਾਰਮੂਲਾ ਹੁਣੇ ਦੱਸਿਆ ਤੁਹਾਨੂੰ, ਏਰੀਆ ਆਫ ਸੈਕਟਰ ਓਵਰ ਪਾਈ ਆਰ ਸਕੁਆਇਰ। ਪਾਈ ਆਰ ਸਕੁਆਇਰ ਕੀ ਹੈ? ਚੱਕਰ ਦਾ ਖੇਤਰ ਤੇ ਸੈਕਟਰ ਐਂਗਲ ਤੇ ਓਵਰ 360 ਡਿਗਰੀ। ਤੋਂ ਇਹਦੇ ਵਿੱਚ ਆਪਾਂ ਮਤਲਬ ਇਹਦੇ ਵਿੱਚ ਏਰੀਆ ਆਫ ਸੈਕਟਰ 300 ਵੇਖੋ ਆਪਣੇ ਕੋਲ ਐਂਗਲ ਦਿੱਤਾ ਵਾ 60 ਡਿਗਰੀ। ਤੁਸੀਂ ਨਜ਼ਰ ਨਾਲ ਧਿਆਨ ਨਾਲ ਦੇਖੋਗੇ ਗ੍ਰੀਨ ਦੇ ਵਿੱਚ ਜਿਹੜਾ ਉਹਦਾ ਸੈਕਟਰ ਦਾ ਐਂਗਲ 60 ਡਿਗਰੀ ਆ, ਤੇ 60 ਬਟਾ 360 ਗੁਣਾ ਪਾਈ। ਵੇਖੋ ਸੈਕਟਰ ਐਂਗਲ ਇਹ ਵੇਖੋ ਕਿੰਨਾ ਆਊਗਾ ਫਿਰ। ਏਰੀਆ ਆਫ ਸੈਕਟਰ ਜਿਹੜਾ ਫਾਰਮੂਲਾ ਸੀ ਉਹ ਕਿਹਦੇ ਬਰਾਬਰ ਹੀ ਪਿੱਛੇ ਪੜਿਆ ਸੀ ਨਾ ਆਪਾਂ, ਏਰੀਆ ਆਫ ਸੈਕਟਰ ਇਜ਼ ਇਕੁਅਲ ਟੂ
n बाई 360 गुणा पाई आर स्केयर ते n ਤੁਹਾਡਾ कितना 60 ਤੇ बड़ा 360 ਇਹ अगर 3.14 गुणा r ਤੁਹਾਡਾ कितना वा 9 9 ਦਾ ਸਕੁਅਰ ਕਰ ਦਾਂਗੇ ਇਹਦੇ ਨਾਲ ਫਿਰ ਏਰੀਆ ਆਫ ਸੈਕਟਰ ਤੁਹਾਡੇ ਕੋਲ ਨਿਕਲ ਜਾਊਗਾ ਇਹਨੂੰ ਸੋਲਵ ਕਰਨ ਤੋਂ ਬਾਅਦ 42.41 ਸੈਂਟੀਮੀਟਰ ਸਕੁਅਰ फिर मैं गल करा लेंथ ऑफ आर्क जी वो सिंपल रनिंग मीटर च या रनिंग यूनिट्स मिली जाती है सिंपल यूनिट्स ते जिहड़ा एरिया ऑफ सैक्टर आ क्योंकि उत्थे एरिया आ गया ਉਹਦਾ ਜਿਹੜਾ यूनिट आ वो स्केयर यूनिट ਹੁੰਦਾ ਉਹਨੂੰ ਆਪਾਂ स्केयर यूनिट ਵਿੱਚ ਮਿਲਾਂਗੇ ਅੱਗੇ ਆ ਗਿਆ सैगमेंट की चीज होगी सैगमेंट सर्कल का एक रीजन आ ਜਿਹੜਾ कोड आ देखो कोड ने ਵੱਖ-ਵੱਖ ਕੀਤਾ एक माइनर सैगमेंट नजर आता होगा एक तुहाडे कोल कोड ने लिखा नजर आता होगा तो मेजर सैगमेंट जेड़ा रेडियस ने एरिया वक कीता ओनू सैक्टर कहंदे आ जेड़ा जिहड़ी कोड हुंदी है चक्कर दी जीवा हुंदी आ ओदे नाल जेड़ा एरिया वक होया ओनू आपां सैगमेंट कहंदे आ सैगमेंट ते सैक्टर दोवें डिफरेंट इस करके आ एरिया ऑफ सैगमेंट दा फार्मूला देखो एरिया ऑफ सैगमेंट तुसीं आ फिगर वेखदे पए आ ਇਹਦੇ ਵਿੱਚ ਜਿੱਦਾਂ ਦੇਖੋ OAB ਇਹ ਸੈਕਟਰ ਆ ਪਰ ਜਿਹੜਾ ਏਰੀਆ ਸ਼ੇਡ को एरिया ऑफ सैक्टर माइनस एरिया ऑफ ट्रायंगल मतलब एरिया ऑफ सारा सैक्टर विचों जे ट्रायंगल नू माइनस कर दिए ते बाकी तुहाडा शेडेड एरिया रह जाऊगा ना जेड़ा शेड मतलब सारा सैक्टर ਇਹਦੇ ਵਿੱਚੋਂ ट्रायंगल नू माइनस करता ये कितना आ गया तुहाडा शेडेड एरिया ये फिर एरिया ऑफ सैक्टर का फार्मूला पिछे हुणे पढ़िया वो की 1/2 मतलब आर स्क्वायर थीटा माइनस 1/2 आर स्क्वायर साइन थीटा ये फार्मूला तो ये 1/2 आर स्क्वायर थीटा माइनस साइन थीटा 1/2 आर स्क्वायर पाई बाई 180 डिग्री क्योंकि आपां नूं रेडियन दे विच चेंज कर लिया रेडियन की चीज हुंदी है एक नवां शब्द आ गया रेडियन च चेंज कर लिया क्योंकि जिहड़ा एंगल आ रेडियन दे विच भी मेजर करदे हैं रेडियन की चीज हुंदी है भी एक सर्कल आ जेकर एक सर्कल दी आर्क एक चक्कर दी चाप दा माप जे ओदे रेडियस के बराबर होवे मतलब रेडियस के बराबर होवे वो चक्कर दे सेंटर दे नाल जिन्ना एंगल बनाऊगी ਉਹਨੂੰ ਆਪਾਂ रेडियन कहांगे 1 रेडियन ਦਾ मतलब एक चक्कर दी चाप ਜਿਹੜੀ ਚੱਕਰ ਦੀ ਚਾਪ ਦਾ ਮਾਪ ਜਿਹੜਾ ਹੋਊਗਾ ਜਿੰਨੀ ਉਹਦੀ ਲੈਂਥ ਹੋਊਗੀ उन्ना ही ਉਹਦਾ रेडियस होवे ਤੇ ਉਹ ਜਿਹੜੀ ਚਾਪ ਆ ਨਾ ਚੱਕਰ ਦੇ ਕੇਂਦਰ ਵਿੱਚ ਜਿੰਨਾ ਕੋਣ ਬਣਾਊਗੀ ਉਹ ਇੱਕ रेडियन ਹੋਊਗਾ ਤੇ ਪਾਈ रेडियन ਦਾ मतलब 180 डिग्री मतलब ਪਾਈ रेडियन ਦਾ मतलब 180 डिग्री ਹੁੰਦਾ ਤੇ ਇਹ ਆਪਾਂ ਫਾਰਮੂਲਾ ਯਾਦ ਕਰ ਲਾਂਗੇ सो अपने को एक न्यूमेरिकल प्रॉब्लम आ गई ਇਹਦੇ ਵਿੱਚ ਸਰਕਲ ਇਹਦਾ ਰੇਡੀਅਸ ਦਿੱਤਾ 21 ਸੈਂਟੀਮੀਟਰ तो ਉਹ ਇੱਕ ਇਹਦੇ ਵਿੱਚ ਐਂਗਲ ਜਿਹੜਾ 60 ਡਿਗਰੀ ਆ तो ਇਹਦੇ ਵਿੱਚ ਤਿੰਨ ਚੀਜ਼ਾਂ ਲੱਭਣੀਆਂ ਲੈਂਥ ਆਫ ਆਰਕ ਕੱਢਣੀ ਆ ਏਰੀਆ ਆਫ ਸੈਕਟਰ ਵੀ ਕੱਢਣਾ ਵਾ ਤੇ ਏਰੀਆ ਆਫ ਸੈਗਮੈਂਟ ਵੀ ਕੱਢਣਾ ਵਾ ਆ ਤੁਸੀਂ ਫਿਗਰ ਵੇਖਦੇ ਪਏ ਆ ਇਹਦੇ ਚ ਰੇਡੀਅਸ ਤੁਹਾਡਾ 21 ਸੈਂਟੀਮੀਟਰ ਆ ਤੇ ਐਂਗਲ ਜਿਹੜਾ ਤੁਹਾਡਾ ਉਹ 60 ਡਿਗਰੀ ਹੈ ਤੇ ਉਹ ਜਿਹੜਾ ਰੇਡੀਅਸ ਉਹ 21 ਸੈਂਟੀਮੀਟਰ ਆ 21 ਸੈਂਟੀਮੀਟਰ ਤੇ ਲੈਂਥ ਆਫ ਆਰਕ ਦਾ ਫਾਰਮੂਲਾ ਕਿਹਦੇ ਬਰਾਬਰ ਹੁੰਦਾ ਥੀਟਾ ਬਟਾ 360 ਗੁਣਾ 2 ਪਾਈ ਆਰ ਹੁਣੇ ਪਰਿਆ ਨਾ ਪਿੱਛੇ ਆਪਾਂ ਤੇ ਥੀਟਾ ਤੁਹਾਡਾ 60 ਵਾ ਤੇ ਬਟਾ 360 ਗੁਣਾ 2 ਗੁਣਾ 22/7 ਇੱਥੇ ਆਪਾਂ 22/7 ਵੀ ਯੂਜ਼ ਕਰਕੇ ਤੁਹਾਨੂੰ ਦੱਸਦਾ ਤੇ ਗੁਣਾ 21 ਇਹ ਸੋਲਵ ਕਰਕੇ ਫਿਰ ਸਾਡੇ ਕੋਲ 60 ਨਾਲ ਜਦੋਂ ਇਹਨੂੰ ਕੱਟਿਆ ਗਿਆ 0 ਨਾਲ 0 6 6 36 ਹੋ ਗਿਆ 7 ਤੇ 21 ਹੋ ਗਿਆ ਤੇ ਇਸ ਤਰ੍ਹਾਂ 2 ਤੇ 6 2 ਨਾਲ 2 ਕੱਟ ਇਹ ਆ ਜਾਊਗਾ ਫਿਰ 22 ਸੈਂਟੀਮੀਟਰ ਕਿੰਨਾ ਆ ਜਾਊਗਾ 22 ਸੈਂਟੀਮੀਟਰ ਤੁਹਾਡੀ ਲੈਂਥ ਆਫ ਆਰਕ ਆ ਜਾਊਗੀ ਏਰੀਆ ਆਫ ਸੈਕਟਰ ਦਾ ਫਾਰਮੂਲਾ ਪਾਈ ਆਰ ਸਕੁਅਰ ਥੀਟਾ ਹੁੰਦਾ ਨਾ ਥੀਟਾ ਬਟਾ 360 ਗੁਣਾ ਪਾਈ ਆਰ ਸਕੁਅਰ ਤੇ ਥੀਟਾ ਤੁਹਾਡਾ 60 ਤੇ ਬਟਾ 360 ਪਾਈ 22/7 ਤੇ ਆਰ ਤੁਹਾਡਾ 21 ਗੁਣਾ 21 ਆ ਗਿਆ ਇਹਨੂੰ ਸੋਲਵ ਕਰਨ ਤੇ ਸਾਡੇ ਕੋਲ 231 ਸੈਂਟੀਮੀਟਰ ਸਕੁਅਰ ਆ ਜਾਊਗਾ ਇਸ ਤੋਂ ਬਾਅਦ ਏਰੀਆ ਆਫ ਸੈਗਮੈਂਟ ਹੁਣੇ ਫਾਰਮੂਲਾ ਪੜਿਆ ਸੀ ਪਾਈ ਥੀਟਾ ਬਟਾ 360 ਮਾਈਨਸ ਸਾइन थीटा ਤੇ cos थीटा ਇਹਦਾ r ਸਕੁਅਰ ਤੇ ਪਾਈ ਥੀਟਾ ਪਾਈ ਕਿੰਨਾ 22/7 ਥੀਟਾ ਤੁਹਾਡਾ 60 ਬਟਾ 360 ਡਿਗਰੀ ਮਾਈਨਸ sin 30 ਕਿਉਂਕਿ sin 30 ਕਿੱਥੋਂ ਆਇਆ ਉਹਦਾ ਹਾਫ ਕਰਨਾ ਐਂਗਲ ਦਾ
ਤੇ ਨਾਲ ਆਊਗਾ ਫਿਰ ਤੁਹਾਡੇ ਕੋਲ cos 30 ਗੁਣਾ 21 ਗੁਣਾ 21, ਇਹ ਕਿੰਨਾ ਆਊਗਾ 11 ਮਾਈਨਸ 1/2 ਗੁਣਾ ਵਰਗਮੂਲ 3/2। ਹੁਣ 1/2 ਕਿਉਂ ਆਇਆ? ਕਿਉਂਕਿ 11/21 ਆਇਆ ਸੋਲਵ ਕਰਕੇ, ਕਿਉਂਕਿ 0 0 ਕੱਟੀ ਗਈ, 6 6 36 ਹੁੰਦਾ ਵਾ, ਤੇ ਇਹਦੇ ਨਾਲ ਫਿਰ ਆਪਾਂ ਜਦੋਂ ਇਹਨੂੰ ਸੋਲਵ ਕਰਾਂਗੇ 11 ਦੂਣਾ 22 ਹੁੰਦਾ, ਤੇ 11/21 ਆ ਜਾਊਗਾ। sin 30 ਦੀ ਵੈਲਿਊ 1/2 ਹੁੰਦੀ ਆ, cos 30 ਦੀ ਵੈਲਿਊ ਵਰਗਮੂਲ 3/2 ਹੁੰਦੀ ਆ, 21 ਗੁਣਾ 21 ਹੋ ਗਿਆ। ਇਹ ਫਿਰ ਸੋਲਵ ਕਰਨ ਦੇ ਨਾਲ ਇਹ ਬਣ ਗਿਆ 11 ਗੁਣਾ 21 ਮਾਈਨਸ ਵਰਗਮੂਲ 3/4 ਗੁਣਾ 21 ਗੁਣਾ 21। ਇਹਨੂੰ ਸੋਲਵ ਕਰਕੇ 231 ਮਾਈਨਸ 441 ਵਰਗਮੂਲ 3/4 ਮਾਈਨਸ ਇਹ ਆ ਜਾਊਗਾ 231 ਮਾਈਨਸ 190.95। ਇਹ ਫਿਰ ਤੁਹਾਡਾ ਏਰੀਆ ਜਿਹੜਾ ਨਿਕਲ ਜੂਗਾ, ਸਾਰਾ ਸੋਲਵ ਹੋ ਜੂਗਾ। ਸੋ ਇਸ ਤਰ੍ਹਾਂ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ। ਸੋ ਆ ਫਾਰਮੂਲੇ ਸਾਨੂੰ ਯਾਦ ਕਰਨੇ ਪੈਣਗੇ। ਇਹ ਦੇਖੋ ਇੱਕ ਹੋਰ ਫਾਰਮੂਲਾ, ਇੱਕ ਹੋਰ ਕੁਐਸਚਨ ਕੀਤਾ, ਫਾਈਂਡ ਦਾ ਏਰੀਆ ਆਫ ਮੇਜਰ ਸੈਗਮੈਂਟ। ਮੇਜਰ ਸੈਗਮੈਂਟ ਦਾ ਏਰੀਆ ਕੱਢਣਾ ਵਾ। ਹੁਣ ਮੇਜਰ ਸੈਗਮੈਂਟ ਦਾ ਏਰੀਆ ਕਿਹਦੇ ਬਰਾਬਰ ਹੋਊਗਾ? ਮੇਜਰ ਸੈਗਮੈਂਟ ਦਾ ਏਰੀਆ ਕੱਢਣ ਵਾਸਤੇ ਆਪਾਂ ਚੱਕਰ ਦੇ ਖੇਤਰਫਲ ਵਿੱਚੋਂ ਜਿਹੜਾ ਆ ਰਾਣੀ ਕਲਰ ਦੇ ਵਿੱਚ ਦਿੱਤਾ ਹੋਇਆ ਵਾ ਮਾਈਨਰ, ਤੇ ਇਹਨੂੰ ਮਾਈਨਸ ਕਰ ਦਾਂਗੇ, ਪਰ ਪਹਿਲਾਂ ਮਾਈਨਰ ਕੱਢਣਾ ਪਊਗਾ। ਤੇ ਏਰੀਆ ਆਫ ਮਾਈਨਰ ਸੈਗਮੈਂਟ, ਇਹ ਫਾਰਮੂਲਾ ਪਾਈ n ਥੀਟਾ ਓਵਰ 360 ਮਾਈਨਸ sin ਥੀਟਾ ਬਾਈ 2 ਗੁਣਾ cos ਥੀਟਾ ਬਾਈ 2 ਆ ਗਿਆ, ਤੇ ਨਾਲ r ਸਕੁਅਰ ਹੋ ਗਿਆ। r ਕਿੰਨਾ ਤੁਹਾਡਾ 10 ਸੈਂਟੀਮੀਟਰ, ਤੇ ਥੀਟਾ ਕਿੰਨਾ ਵਾ 90 ਡਿਗਰੀ, ਤੇ ਪਾਈ ਦੀ ਵੈਲਿਊ ਕਿੰਨੀ ਹੋਊਗੀ 3.14 ਗੁਣਾ 90/360 ਮਾਈਨਸ sin 45 ਕਿਉਂ ਆਇਆ? ਕਿਉਂਕਿ sin ਥੀਟਾ ਬਾਈ 2 ਆ, ਤੇ ਥੀਟਾ ਤੁਹਾਡਾ 90 ਡਿਗਰੀ ਆ, ਤੇ ਥੀਟੇ ਦਾ ਹਾਫ ਜਿਹੜਾ ਉਹ 45 ਡਿਗਰੀ ਹੁੰਦਾ, ਤੇ cos 45 ਡਿਗਰੀ ਗੁਣਾ 10 ਦਾ ਸਕੁਅਰ। 10 ਕੀ ਆ? ਰੇਡੀਅਸ, ਤੇ ਰੇਡੀਅਸ ਦਾ ਸਕੁਅਰ ਆ ਗਿਆ। ਇਟ ਮੀਨਸ ਇਹਨੂੰ ਸੋਲਵ ਕਰਨ ਤੋਂ ਉਪਰੰਤ 3.14/4 ਆ ਗਿਆ, ਕਿਉਂਕਿ 90 ਚੌਕਾ 360 ਹੁੰਦੇ ਆ, ਤੇ 3.14/4 ਆ ਗਿਆ। 1/2 ਗੁਣਾ 1/2 ਕਿਉਂਕਿ sin 45 ਤੇ cos 45 ਦੀ ਵੈਲਿਊ 1/2 ਹੁੰਦੀ ਆ। 10 ਦਾ ਸਕੁਅਰ ਕਰ ਲਿਆ। ਸੋ ਇਸ ਤੋਂ ਬਾਅਦ ਇਹਨੂੰ ਸੋਲਵ ਕਰਨ ਦੇ ਨਾਲ ਸਾਡੇ ਕੋਲ ਕਿੰਨਾ ਆ ਗਿਆ 28.5 ਸੈਂਟੀਮੀਟਰ ਸਕੁਅਰ। ਇਹ ਤੁਹਾਡਾ ਏਰੀਆ ਆ ਗਿਆ ਮਾਈਨਰ ਸੈਗਮੈਂਟ ਦਾ। ਤੇ ਏਰੀਆ ਆਫ ਮੇਜਰ ਸੈਗਮੈਂਟ ਇਹ ਕੀ ਆਊਗਾ? ਏਰੀਆ ਆਫ ਸਰਕਲ ਮਾਈਨਸ ਏਰੀਆ ਆਫ ਮਾਈਨਰ ਸੈਗਮੈਂਟ। ਏਰੀਆ ਆਫ ਸਰਕਲ ਕੀ ਆਊਗਾ? ਪਾਈ ਆਰ ਸਕੁਅਰ। ਪਾਈ ਤੁਹਾਡਾ 3.14 ਆ, ਆਰ ਤੁਹਾਡਾ 10 ਦਾ ਸਕੁਅਰ ਆ। 10 ਦਾ ਜਾਂ 100 ਹੁੰਦਾ, 100 ਨੂੰ 3.14 ਨਾਲ ਗੁਣਾ ਕੀਤਾ ਤੇ 314 ਬਣ ਗਿਆ। ਤੇ 314 ਵਿੱਚੋਂ 28.5 ਨੂੰ ਮਾਈਨਸ ਕਰ ਦਾਂਗੇ, ਇਹ 285.5 ਸੈਂਟੀਮੀਟਰ ਸਕੁਅਰ ਇਹਦਾ ਏਰੀਆ ਆ ਗਿਆ। ਸੋ ਇਸ ਤਰ੍ਹਾਂ ਆਪਾਂ ਏਰੀਆ ਆਫ ਸੈਗਮੈਂਟ ਵੀ ਕੱਢ ਸਕਦੇ ਹਾਂ। ਇਸ ਤੋਂ ਬਾਅਦ ਕੋਡ ਕੀ ਤੁਹਾਨੂੰ ਦੱਸਦਾ ਸੀ ਪਿੱਛੇ, ਇੱਕ ਲਾਈਨ ਸੈਗਮੈਂਟ ਆ ਜਿਹੜੀ ਚੱਕਰ ਦੇ ਉੱਪਰ ਇਹਦੇ ਦੋਵੇਂ ਐਂਡ ਪੁਆਇੰਟ ਹੁੰਦੇ ਆ, ਇਹਨੂੰ ਆਪਾਂ ਮਤਲਬ ਕੋਡ ਕਹਿੰਦੇ ਆ। ਕੋਡ ਨੂੰ ਪੰਜਾਬੀ ਵਿੱਚ ਜੀਵਾ ਕਹਿੰਦੇ ਆ, ਚੱਕਰ ਦੀ ਵਤਰ ਕਹਿੰਦੇ ਆ। ਜੇ ਤੁਸੀਂ ਚੱਕਰ ਦੀ ਜੀਵਾ ਕਰਨੀ ਹੈਗੀ ਆ ਤੇ ਕੋਡ ਲੈਂਥ, ਇਹ ਫਾਰਮੂਲਾ ਦਾ 2r sin ਥੀਟਾ ਬਾਈ 2। ਇਹ ਤੁਸੀਂ 9ਵੀਂ 10ਵੀਂ ਕਲਾਸ 'ਚ ਨਹੀਂ ਪੜ੍ਹਿਆ ਹੈਗਾ, ਇਹ ਨਵਾਂ, ਸੋ ਇਹਨੂੰ ਯਾਦ ਕਰ ਲੈਣਾ। ਕੋਡ ਦੀ ਲੈਂਥ ਜਿਹੜੀ 2r sin ਥੀਟਾ ਬਾਈ 2 ਹੁੰਦਾ ਵਾ। ਇਹਦੇ ਵਿੱਚ ਹੁਣ ਤੁਸੀਂ ਫਿਗਰ 'ਚ ਥੋੜੀ ਜਿਹੀ ਮਾਈਨਰ ਜੀ ਗਲਤੀ ਹੋ ਗਈ ਹੈ ਲਿਖਣ 'ਚ। ਇਹਦੇ 'ਚ ਜਿਹੜਾ ਰੇਡੀਅਸ ਆ ਉਹ 6 ਸੈਂਟੀਮੀਟਰ ਆ, ਉਹ 12 ਲਿਖਿਆ ਗਿਆ, ਇਹਨੂੰ ਆਪਾਂ 6 ਮੰਨਣਾ ਵਾ। ਤੇ 2 ਗੁਣਾ 6 sin 90/2, ਕਿਉਂਕਿ ਐਂਗਲ ਤੁਹਾਡਾ 90 ਡਿਗਰੀ ਆ, ਤੇ 6 ਦੂਣੀ 12 ਵਾ ਗੁਣਾ sin 90 45 ਆ ਗਿਆ ਨਾ, 90 ਦਾ ਹਾਫ 45 ਆ ਗਿਆ। ਇਹਨੂੰ ਸੋਲਵ ਕਰਕੇ ਇਹ ਕਿੰਨਾ ਆ ਗਿਆ 8.49 ਸੈਂਟੀਮੀਟਰ। ਇਸ ਤਰ੍ਹਾਂ ਆਪਾਂ ਕੋਡ ਜਿਹੜੀ ਹੈ ਨਾ, ਕੋਡ ਉਹਦੀ ਲੈਂਥ ਕੱਢ ਲਾਂਗੇ। ਕੋਡ ਕੀ ਆ? ਵਤਰ ਜੀਵਾ। ਸੈਮੀ ਸਰਕਲ ਹੋ ਗਿਆ ਅੱਧਾ ਚੱਕਰ, ਸੈਮੀ ਮੈਨੇ ਅੱਧਾ ਸਰਕਲ, ਅੱਧਾ ਚੱਕਰ ਜਿਹੜਾ ਹੁੰਦਾ ਹਾਫ ਸਰਕਲ, ਉਹਨੂੰ ਸੈਮੀ ਸਰਕਲ ਕਹਿੰਦੇ ਆ। ਸੈਮੀ ਸਰਕਲ ਦਾ ਏਰੀਆ, ਪੂਰੇ ਚੱਕਰ ਦਾ ਏਰੀਆ ਕਿੰਨਾ ਹੁੰਦਾ? ਪਾਈ ਆਰ ਸਕੁਅਰ, ਤੇ ਸੈਮੀ ਸਰਕਲ ਦਾ ਕਿੰਨਾ ਹੋਊਗਾ? ਅੱਧਾ ਹੋਊਗਾ। ਅੱਧਾ ਕਿੰਨਾ ਆ ਗਿਆ? 1/2 ਪਾਈ ਆਰ ਸਕੁਅਰ, ਕਿਉਂਕਿ ਪੂਰੇ ਚੱਕਰ ਦਾ ਪਾਈ ਆਰ ਸਕੁਅਰ ਆ, ਇਹਦਾ ਹਾਫ ਹੋ ਜਾਊਗਾ। ਲੋ ਜੀ, ਸੈਮੀ ਸਰਕਲ ਦਾ ਏਰੀਆ ਕੱਢਣਾ ਵਾ। ਇਹ 'ਚ ਰੇਡੀਅਸ ਤੁਹਾਨੂੰ ਦਿੱਤਾ 5 ਸੈਂਟੀਮੀਟਰ, ਏਰੀਆ ਆਊਗਾ ਪਾਈ ਆਰ ਸਕੁਅਰ ਬਟਾ 2, ਮਤਲਬ ਜਿੰਨਾ ਵੀ ਚੱਕਰ ਦਾ ਖੇਤਰ ਆ ਉਹਦਾ ਹਾਫ। ਇਹਦਾ ਏਰੀਆ ਫਿਰ ਪਾਈ ਗੁਣਾ 5 ਗੁਣਾ 5, ਕਿਉਂਕਿ ਰੇਡੀਅਸ 5 ਆ, ਬਟਾ 2। ਇਹ ਕਿੰਨਾ ਆਊਗਾ? ਪਾਈ ਗੁਣਾ 25 ਬਟਾ 2, ਤੇ ਪਾਈ ਦੀ ਵੈਲਿਊ 3.14 ਇੱਥੇ ਆਪਾਂ ਲੈ ਲਈ। 3.142 ਵੀ ਲੈ ਸਕਦੇ ਹਾਂ, 3.14 ਵੀ ਲੈ ਸਕਦੇ ਹਾਂ, ਅਪਰੋਕਸੀਮੇਟਲੀ ਇਕੁਅਲ ਆ। 22/7 ਵੀ ਲੈ ਸਕਦੇ ਹਾਂ। 3.14 ਗੁਣਾ 25 ਬਟਾ 2, ਇਹਨੂੰ ਸੋਲਵ ਕਰਨ ਤੋਂ ਉਪਰੰਤ ਸਾਡੇ ਕੋਲ ਜਿਹੜੀ ਵੈਲਿਊ 31.25 ਸੈਂਟੀਮੀਟਰ ਸਕੁਅਰ ਆ ਗਿਆ।
ਪੈਰੀਮੀਟਰ ਆਫ ਸਰਕਲ, ਸੈਮੀ ਸਰਕਲ ਜਿਹੜਾ ਇਹਦਾ ਪੈਰੀਮੀਟਰ, ਇਹਦਾ ਪਰਿਮਾਪ, ਜਿੱਦਾਂ ਚੱਕਰ ਦਾ ਪਰਿਮਾਪ ਹੁੰਦਾ ਨਾ, ਚੱਕਰ ਦਾ ਘੇਰਾ ਉਹ ਕਿਹਦੇ ਬਰਾਬਰ ਹੁੰਦਾ, ਪਿੱਛੇ ਪੜਿਆ ਸੀ C = 2 πr ਜਾਂ πd। ਪਰ ਅਰਧ ਚੱਕਰ ਜਿਹੜਾ ਵਾ ਨਾ ਉਹਦਾ ਕੀ ਹੋਊਗਾ, ਉਹਦਾ ਹਾਫ ਹੋਊਗਾ ਨਾ, ਉਹਦਾ ਮਤਲਬ ਚੱਕਰ ਦੇ ਘੇਰੇ ਦਾ ਹਾਫ ਜਮਾ ਡਾਇਆਮੀਟਰ, ਕਿਉਂਕਿ ਇਹ ਡਾਇਆਮੀਟਰ ਲੱਗਾ ਨਾ, ਇੱਕ ਗੁਲਾਈ ਆ ਅੱਧੀ, ਇੱਕ ਥੱਲੇ ਡਾਇਆਮੀਟਰ ਆ, ਇਹਦਾ ਮਤਲਬ ਪਲੱਸ ਕਰਨਾ ਪਊਗਾ। ਇਹਦਾ ਮਤਲਬ ਫਿਰ ਪੈਰੀਮੀਟਰ ਆਫ ਸੈਮੀ ਸਰਕਲ ਇਹ ਬਰਾਬਰ ਆ ਜਾਊਗਾ πr ਜਮਾ d, πr ਜਮਾ d। ਇਸ ਤੋਂ ਬਾਅਦ ਇੱਕ ਐਗਜ਼ਾਮਪਲ ਦਿੱਤੀ ਆ, ਚੱਕਰ ਦਾ ਜਿਹੜਾ ਡਾਇਆਮੀਟਰ ਆ ਉਹ ਤੁਹਾਨੂੰ ਦਿੱਤਾ ਵਾ 10 ਸੈਂਟੀਮੀਟਰ ਦਿੱਤਾ ਹੈਗਾ, ਤੇ ਇਹਦੇ ਵਿੱਚ ਆਪਾਂ ਚੱਕਰ ਦਾ ਘੇਰਾ ਕੱਢਣਾ, ਹਾਫ ਚੱਕਰ ਦਾ, ਸੈਮੀ ਸਰਕਲ ਦਾ। ਤੋ ਇਹਦੇ ਵਿੱਚ πr ਜਮਾ 2r, 2r ਜਾਂ d ਕਹਿ ਸਕਦੇ ਹਾਂ, d ਵੀ 2r ਹੀ ਹੁੰਦਾ ਨਾ, ਕਿਉਂਕਿ ਡਾਇਆਮੀਟਰ ਅਰਧ ਵਿਆਸ ਦਾ ਦੁੱਗਣਾ ਹੁੰਦਾ ਵਾ। ਇਹ ਫਿਰ ਸੋਲਵ ਕਰ ਲਿਆ, 3.14 ਗੁਣਾ 5 ਜਮਾ 2 ਗੁਣਾ 5, ਇਹ 3.14 ਆਪਾਂ ਸੋਲਵ ਕਰ ਲਿਆ, 314/100 ਲਿਖ ਲਿਆ, ਕਿਉਂਕਿ ਆਪਾਂ ਇਹਨੂੰ ਭਿੰਨਾਂ 'ਚ ਬਦਲ ਲਿਆ, ਤੇ ਗੁਣਾ 5 ਜਮਾ 10 ਹੋ ਗਿਆ, ਇਹਨੂੰ ਸੋਲਵ ਕਰ ਲਿਆ। ਇਹ ਫਿਰ ਸਾਰਾ ਸੋਲਵ ਕਰਕੇ ਤੁਹਾਡੇ ਕੋਲ ਕਿੰਨਾ ਆਊਗਾ, 25.7 ਸੈਂਟੀਮੀਟਰ। ਇਹ ਅਰਧ ਚੱਕਰ ਦਾ ਪੈਰੀਮੀਟਰ ਆ ਗਿਆ। ਅੱਗੇ ਆ ਗਿਆ ਸਰਕੂਲਰ ਰਿੰਗ। ਸਰਕੂਲਰ ਰਿੰਗ ਹੁੰਦਾ ਵਾ, ਚੱਕਰੀ ਰਿੰਗ ਹੁੰਦਾ ਵਾ। ਹੁਣ ਜਿਹੜੇ ਮਕੈਨੀਕਲ ਦੇ ਨਾਲ ਸਟੂਡੈਂਟ ਇੱਥੇ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਜਦੋਂ ਉਹਨਾਂ ਨੇ ਸ਼ਬਦ ਸੁਣਿਆ ਇੱਕ ਵਾਸ਼ਰ, ਵਾਸ਼ਰ ਹੁੰਦੀ, ਨਟ ਕੱਸਣ ਵਾਸਤੇ ਵਾਸ਼ਰ ਹੁੰਦੀ ਹੈ, ਉਹਦੀ ਸ਼ਕਲ ਇਦਾਂ ਦੀ ਹੁੰਦੀ, ਤੁਸੀਂ ਉਹਨਾਂ ਨੇ ਵੇਖੀ ਹੋਊਗੀ। ਤੇ ਇਹ ਆਪਾਂ ਜੇ ਜਿਓਮੈਟ੍ਰੀਕਲ ਗੱਲ ਕਰਦੇ ਆ, ਇਹ ਦੋ ਚੱਕਰ ਆ, ਦੋਵਾਂ ਦਾ ਕੇਂਦਰ ਇੱਕ ਵਾ ਪਰ ਰੇਡੀਅਸ ਵੱਖ-ਵੱਖ। ਮਤਲਬ ਚੱਕਰ ਜਿਨ੍ਹਾਂ ਦਾ ਕੇਂਦਰ ਇੱਕ ਹੋਵੇ ਪਰ ਉਹਨਾਂ ਦੇ ਅਰਧ ਵਿਆਸ ਵੱਖ-ਵੱਖ ਹੋਣ, ਉਹਨਾਂ ਚੱਕਰਾਂ ਨੂੰ ਆਪਾਂ ਸਮ ਕੇਂਦਰੀ ਕਹਿੰਦੇ ਆ, ਉਹਨਾਂ ਨੂੰ ਕਨਸੈਂਟ੍ਰਿਕ ਸਰਕਲ ਕਿਹਾ ਜਾਂਦਾ। ਤੋ ਕਨਸੈਂਟ੍ਰਿਕ ਸਰਕਲ ਦਾ ਜਿਹੜਾ ਸੁਮੇਲ ਫਿਰ ਕੀ ਬਣ ਜਾਂਦਾ, ਰਿੰਗ। ਤੇ ਰਿੰਗ ਦਾ ਏਰੀਆ ਕੱਢਣ ਵਾਸਤੇ ਫਾਰਮੂਲਾ, ਏਰੀਆ ਆਫ ਰਿੰਗ πr1 ਸਕੁਅਰ ਮਾਈਨਸ r2 ਸਕੁਅਰ। r1 ਕੀ ਆ, ਬਾਹਰਲਾ ਰੇਡੀਅਸ, r2 ਕੀ ਆ, ਅੰਦਰਲਾ ਰੇਡੀਅਸ। ਤੁਸੀਂ ਧਿਆਨ ਨਾਲ ਦੇਖਦੇ ਹੋ। ਸੋ ਤੁਹਾਨੂੰ ਯਾਦ ਹੋ ਗਿਆ ਕਿ ਇੱਕ ਰਿੰਗ ਜਿਹੜਾ ਵਾ ਉਹਦਾ ਏਰੀਆ ਮਤਲਬ πr1 ਸਕੁਅਰ ਮਾਈਨਸ r2 ਸਕੁਅਰ। r1 ਕੀ ਆ, ਚੱਕਰ ਦਾ ਬਾਹਰੀ ਜਿਹੜਾ ਬਾਹਰਲੇ ਚੱਕਰ ਦਾ ਅਰਧ ਵਿਆਸ, r2 ਕੀ ਆ, ਅੰਦਰਲੇ ਚੱਕਰ ਦਾ ਅਰਧ ਵਿਆਸ। ਦੋਵੇਂ ਇੱਕ, ਦੋਵਾਂ ਦਾ ਕੇਂਦਰ ਸੇਮ ਆ, ਇਹ ਦੋਵੇਂ ਕਨਸੈਂਟ੍ਰਿਕ ਸਰਕਲ ਹੈਗੇ, ਦੋਵੇਂ ਸਮ ਕੇਂਦਰੀ ਚੱਕਰ ਆ, ਤੇ ਇਹ ਦੋਵੇਂ ਆਪਸ ਮਿਲ ਕੇ ਫਿਰ ਰਿੰਗ ਬਣਦਾ ਪਿਆ। ਲੋ ਜੀ, ਇੱਕ ਕੁਐਸਚਨ ਸੋਲਵ ਕੀਤਾ ਰਿੰਗ ਵਾਲਾ। ਇਹਦੇ ਚ r1 10 ਸੈਂਟੀਮੀਟਰ, r2 ਤੁਹਾਡਾ 4 ਸੈਂਟੀਮੀਟਰ ਆ, ਤੇ ਏਰੀਆ ਆਫ ਰਿੰਗ ਕਿਹਦੇ ਬਰਾਬਰ ਹੋਊਗਾ, πr1 ਸਕੁਅਰ ਮਾਈਨਸ r2 ਸਕੁਅਰ, ਤੇ ਪਾਈ ਦੀ ਵੈਲਿਊ 22/7, r1 ਤੁਹਾਡੇ ਕੋਲ 10 ਦਾ ਸਕੁਅਰ ਆ ਗਿਆ, ਮਾਈਨਸ 4 ਦਾ ਸਕੁਅਰ ਆ ਗਿਆ, ਤੇ 22/7 10 ਦਾ ਆ 100 ਹੁੰਦਾ, 4 ਚੌਕੇ 16 ਹੁੰਦੇ ਆ, ਤੇ 100 ਵਿੱਚੋਂ ਜਦੋਂ 16 ਨੂੰ ਮਾਈਨਸ ਕਰਾਂਗੇ ਇਹ 84 ਆ ਜਾਊਗਾ। 22/7 ਗੁਣਾ 84, ਤੇ 12 7 84 ਹੁੰਦੇ ਆ, ਕਿਉਂਕਿ ਜਿਨ੍ਹਾਂ ਨੂੰ 12 ਦਾ ਪਹਾੜਾ ਆਉਂਦਾ ਨਾ ਉਹ ਕਹਿਣਗੇ 12 7 84, 7 ਨਾਲ 7 ਕੱਟਿਆ ਗਿਆ, ਇਹ ਕਿੰਨਾ ਆ ਗਿਆ 22 ਗੁਣਾ 12। ਇਹਨੂੰ ਫਿਰ ਸੋਲਵ ਕਰ ਲਾਂਗੇ ਆਪਾਂ ਅੱਗੇ। ਅੱਗੇ ਇੱਕ ਸਰਕੂਲਰ ਪਲਾਟ ਹੈਗਾ ਵਾ, ਇਹ ਇੱਕ ਲੈਂਡ ਆ ਜਿਹਦਾ ਡਾਇਆਮੀਟਰ ਹੈਗਾ 42 ਮੀਟਰ। ਇਹਦੇ ਵਿੱਚ ਇੱਕ ਪਾਥ ਆ, ਰਸਤਾ ਵਾ, ਜਿਹਦੀ ਚੌੜਾਈ ਹੈਗੀ ਆ 3.5 ਮੀਟਰ। ਤੇ ਇਹਦੇ ਜਿਹੜਾ ਰਸਤਾ ਨਾ, ਜਿਹੜੀ ਗੁਲਾਈ ਹੈ ਪਾਰਕ ਹੈਗੀ ਆ, ਇਹਦਾ ਜਿਹੜਾ ਡਾਇਆਮੀਟਰ ਅੰਦਰਲਾ ਵਾ ਉਹ ਹੈਗਾ ਵਾ 42 ਮੀਟਰ, ਤੇ ਉਹਦਾ ਰੇਡੀਅਸ ਕਿੰਨਾ ਆਊਗਾ ਫਿਰ 21 ਮੀਟਰ। ਤੇ ਇਹ ਜਿਹੜਾ ਰਸਤਾ ਵਾ ਇਹਦੀ ਚੌੜਾਈ ਜਿਹੜੀ ਹੈ ਨਾ, ਜਿੱਦਾਂ ਆਪਾਂ ਮਤਲਬ ਦੌੜ ਦੇ ਮੈਦਾਨ ਹੁੰਦੇ ਆ ਤੇ ਆਪਾਂ ਦੌੜ ਲਾਉਂਦੇ ਹਾਂ, ਵਿੱਚ ਘਰ ਗਰਾਊਂਡ ਹੁੰਦੀ ਤੇ ਰਸਤਾ ਬਣਿਆ ਹੁੰਦਾ, ਇਸ ਤਰ੍ਹਾਂ ਰਸਤਾ। ਤੇ ਇਹਦੇ ਵਿੱਚ ਆਪਾਂ ਕਰਨੀ ਹੈ ਗ੍ਰੈਵਲਿੰਗ, ਮਤਲਬ ਪੱਥਰ ਲਾਉਣਾ ਵਾ, ਰਸਤਾ ਪੱਕਾ ਕਰਨਾ ਵਾ, ਕਿ ਤਾਂ ਜੋ ਦੌੜ ਲਾਉਣ ਲੱਗਿਆ ਕੋਈ ਮਤਲਬ ਤਿਲਕਣਬਾਜ਼ੀ ਨਾ ਹੋਵੇ। ਤੇ ਉਹ ਗ੍ਰੈਵਲਿੰਗ ਦਾ ਜਿਹੜਾ ਰੇਟ ਵਾ ਨਾ ਉਹ ਹੈਗਾ 4 ਰੁਪਏ ਪਰ ਮੀਟਰ ਸਕੁਅਰ, ਮਤਲਬ 1 ਮੀਟਰ ਸਕੁਅਰ ਦਾ 4 ਰੁਪਏ ਰੇਟ ਲੱਗਣਾ। ਤੇ ਆਪਾਂ ਪਹਿਲਾਂ ਉਹਦਾ ਏਰੀਆ ਕੱਢਣਾ ਪਊਗਾ। ਇਹਦਾ ਮਤਲਬ ਤੁਸੀਂ ਦੇਖੋਗੇ ਰੇਡੀਅਸ ਆਫ ਪਲਾਟ ਤੁਹਾਡਾ ਕਿੰਨਾ ਆ ਗਿਆ 21 ਮੀਟਰ, 42 ਦਾ ਹਾਫ ਹੋ ਗਿਆ। ਰੇਡੀਅਸ ਆਫ ਦਾ ਪਲਾਟ ਇਨਕਲੂਡਿੰਗ ਪਾਥ, ਰਸਤਾ ਜੇ ਜੋੜ ਦਾਂਗੇ 21 ਜਮਾ 3.5 ਆ ਗਿਆ। ਤੁਸੀਂ ਦੇਖੋਗੇ ਕਿ ਇਹ ਮਤਲਬ ਜਿਹੜਾ ਤੁਹਾਡਾ ਰਿੰਗ ਬਣਦਾ ਪਿਆ, ਰਿੰਗ ਦਾ ਅੰਦਰਲਾ ਰੇਡੀਅਸ ਜਿਹੜਾ ਵਾ ਇੱਕ ਚੱਕਰ ਦਾ ਅੰਦਰਲੇ ਦਾ 21 ਆ ਗਿਆ, ਬਾਹਰਲੇ ਦਾ ਤੁਹਾਡਾ ਕਿੰਨਾ ਆ ਗਿਆ 24.5 ਮੀਟਰ। ਏਰੀਆ ਆਫ ਰਿੰਗ ਦਾ ਫਾਰਮੂਲਾ ਲਾਤਾ, ਤੁਸੀਂ ਪਿੱਛੇ ਪੜ੍ਹ ਕੇ ਆਏ ਆ,
ਪਾਈ r1 ਸਕੁਅਰ ਮਾਈਨਸ r2 ਸਕੁਅਰ ਤੇ ਏਰੀਆ ਆਫ ਪਾਥ ਫਿਰ ਤੁਹਾਡਾ ਕਿੰਨਾ ਆ ਗਿਆ ਪਾਈ 24.5 ਦਾ ਸਕੁਅਰ ਮਾਈਨਸ 21 ਦਾ ਸਕੁਅਰ। ਇੱਕ ਕਿਤੇ ਫਾਰਮੂਲਾ ਪੜ੍ਹਦੇ ਹੁੰਦੇ ਸੀ ਆਪਾਂ a ਸਕੁਅਰ ਮਾਈਨਸ b ਸਕੁਅਰ, ਇਹ ਹੁੰਦਾ ਜੋ a ਪਲੱਸ b ਤੇ ਇਨਟੂ a ਮਾਈਨਸ b। ਇਹਦੇ ਵਿੱਚ ਫਿਰ a ਤੁਹਾਡਾ 24 ਆ ਤੇ b ਤੁਹਾਡੇ ਕੋਲ 21 ਆ। ਇਹ ਫਿਰ ਕਿੰਨਾ ਆ ਗਿਆ 24.5 ਜਮਾ 21, ਇਹ ਆ ਗਿਆ a ਪਲੱਸ b 24.5 ਮਾਈਨਸ 21। ਇਹ ਫਿਰ ਕਿੰਨਾ ਆ ਗਿਆ ਸੋਲਵ ਕਰਕੇ 45.5 ਗੁਣਾ 3.5। ਇਹਨੂੰ ਜਦੋਂ ਸੋਲਵ ਕਰ ਲੋਗੇ ਪਾਈ ਦੀ ਵੈਲਿਊ 22/7 ਲੈ ਲਈ, 22/7 ਗੁਣਾ 45.5 ਗੁਣਾ 3.5 ਦਾ ਸਕੁਅਰ, ਇਹ ਕਿੰਨਾ ਆ ਗਿਆ 500.5 ਮੀਟਰ ਸਕੁਅਰ। ਇਹ ਏਰੀਆ ਆ ਗਿਆ ਜਿਹੜਾ ਪੀਲੇ ਰੰਗ ਵਿੱਚ ਮੈਂ ਕੀਤਾ ਵਾ, ਇਹ ਪਾਥ ਦਾ ਏਰੀਆ ਆ ਗਿਆ ਵਾ। ਤੇ ਇਹਦੇ ਵਿੱਚ ਕਾਸਟ ਕਿੰਨੀ ਆਏਗੀ ਫਿਰ 1 ਮੀਟਰ ਦੀ ਕਾਸਟ 4 ਰੁਪਏ ਆ ਤੇ ਸਾਰਾ ਏਰੀਆ ਕਿੰਨਾ ਵਾ 500.5 ਆ। ਇਹਨੂੰ ਗੁਣਾ ਕੀਤਾ ਤੇ ਇਹ 2002 ਰੁਪਏ ਲੱਗਣਗੇ ਇਹਨੂੰ ਗ੍ਰੈਵਲਿੰਗ ਕਰਨ ਵਾਸਤੇ। ਇਸ ਤੋਂ ਬਾਅਦ ਦੇਖੋ ਇੱਕ ਐਗਜ਼ਾਮਪਲ ਆ ਗਈ ਆ ਪੈਰੀਮੀਟਰ ਤੇ ਏਰੀਆ ਆਫ ਸਰਕਲ ਨਾਲ ਰਿਲੇਟਡ ਆ। ਇਹ ਇੱਕ ਤੁਸੀਂ ਆ ਚੱਕਾ ਵੇਖਦੇ ਹੋਗੇ ਤੁਸੀਂ, ਹੁਣ ਮਤਲਬ COVID-19 ਹੀ ਇਹਦੇ ਵਿੱਚ ਮਤਲਬ ਬਾਹਰ ਆਪਾਂ ਨਹੀਂ ਗਏ ਤੇ ਮਤਲਬ ਦੂਰਦਰਸ਼ਨ ਨੇ ਰਮਾਇਣ ਸ਼ੁਰੂ ਕਰਤੀ ਸੀ, ਉਹਦੇ ਚ ਰੱਥ ਚੱਲਦੇ ਸੀ, ਉਹਨਾਂ ਦੇ ਚੱਕੇ ਸੀ ਕਿਉਂਕਿ ਨਵੇਂ ਬੱਚਿਆਂ ਨੇ ਨਹੀਂ ਵੇਖਿਆ ਟਾਂਗੇ ਵਗੈਰਾ। ਇਹ ਮਤਲਬ ਇੱਕ ਵੀਲ ਆ ਡਾਇਆਮੀਟਰ ਆਫ ਕਾਰਟ, ਇੱਕ ਰੇੜੇ ਦਾ ਮਤਲਬ ਵੀ ਚੱਕਰ ਆ ਜਿਹਦਾ ਮਤਲਬ ਡਾਇਆਮੀਟਰ ਹੈਗਾ ਵਾ 21 ਸੈਂਟੀਮੀਟਰ। ਹਾਊ ਮੈਨੀ ਰੈਵੋਲੂਸ਼ਨ, ਮਤਲਬ ਜੇ 1.32 ਕਿਲੋਮੀਟਰ 1.32 ਕਿਲੋਮੀਟਰ ਇਹਨੇ ਚੱਕੇ ਨੇ ਘੁੰਮਣਾ ਹੋਵੇ ਤੇ ਕਿੰਨੇ ਵਾਰੀ ਚੱਕਰ ਲੱਗਣਗੇ, ਉਹਦੇ ਚੱਕੇ ਦੇ ਕਿੰਨੀ ਵਾਰੀ ਘੁੰਮੂਗਾ ਤੇ ਉਹ ਆਪਾਂ ਕੱਢਨੇ ਆ। ਡਾਇਆਮੀਟਰ ਆਫ ਕਾਰਟ ਵੀਲ ਹੈਗਾ ਵਾ ਉਹ ਕਿੰਨਾ ਵਾ 21, ਉਹ ਹੈਗਾ ਵਾ 21 ਸੈਂਟੀਮੀਟਰ। ਤੇ ਨੰਬਰ ਆਫ ਰੈਵੋਲੂਸ਼ਨ ਕਿੰਨੇ ਆ, ਆਪਾਂ ਕਿੰਨੇ ਕਿਲੋਮੀਟਰ ਜਾਣਾ ਵਾ 1.32 ਕਿਲੋਮੀਟਰ। ਸੋ ਆਪਾਂ ਦੇਖਦੇ ਆ ਇਹਦੇ ਵਿੱਚ ਡਾਇਆਮੀਟਰ ਰੇਡੀਅਸ ਦਾ ਡਬਲ ਹੁੰਦਾ ਤੇ ਰੇਡੀਅਸ ਕਿੰਨਾ ਆ ਗਿਆ ਫਿਰ ਵਿਆਸ ਦਾ ਹਾਫ ਹੋ ਗਿਆ, ਵਿਆਸ ਤੁਹਾਡਾ ਫਿਰ 21/2 ਆ ਗਿਆ। ਸਰਕਮਫਰੈਂਸ, ਕਿਉਂਕਿ ਜਦੋਂ ਚੱਕਰ ਇੱਕ ਵਾਰੀ ਘੁੰਮੂਗਾ, ਤੁਸੀਂ ਧਿਆਨ ਨਾਲ ਦੇਖੋ ਸਲਾਈਡ ਵੱਲ, ਉਹਦੇ ਚ ਐਰੋ ਬਣਿਆ ਇੱਕ ਲਾਲ ਜਿਹਾ, ਤੇ ਐਰੋ ਤੋਂ ਐਰੋ ਜਦੋਂ ਜਾਊਗਾ ਇਟ ਮੀਨਸ ਇਹ ਕੀ ਹੋਊਗਾ ਚੱਕਰ ਦਾ ਘੇਰਾ, ਤੇ ਚੱਕਰ ਦਾ ਘੇਰਾ ਇੱਕ ਉਹਦੀ ਰੈਵੋਲੂਸ਼ਨ ਆ। ਤੇ ਇਹਦਾ ਮਤਲਬ ਸਰਕਮਫਰੈਂਸ ਜਿਹੜਾ 2 ਪਾਈ r ਹੋਊਗਾ ਤੇ 2 ਗੁਣਾ 22/7 ਗੁਣਾ 21/2 ਇਹ ਕਿੰਨਾ ਆਊਗਾ 462/7। ਤੇ ਇਹਨੂੰ ਆਪਾਂ ਕੱਟ ਲਾਂਗੇ, ਦੇਖੋ 7×42 ਹੁੰਦੇ ਆ, ਫਿਰ 4 ਬਚ ਗਏ 7×42 ਹੋ ਗਏ 66 ਸੈਂਟੀਮੀਟਰ। ਜੇ ਚੱਕਾ ਇੱਕ ਵਾਰੀ ਘੁੰਮਦਾ ਤੇ ਇੰਨੀ ਦੂਰ ਡਿਸਟੈਂਸ ਕਰਦਾ ਵਾ, ਇਹਦਾ ਮਤਲਬ ਉਹਦਾ ਸਰਕਮਫਰੈਂਸ ਹੋ ਗਿਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਪਏ ਕਿਲੋਮੀਟਰ ਦੀ, ਅਸੀਂ ਸਰਕਮਫਰੈਂਸ ਕੱਢਿਆ ਵਾ ਸੈਂਟੀਮੀਟਰਾਂ 'ਚ। ਆਪਾਂ ਯੂਨਿਟਸ ਦਾ ਧਿਆਨ ਰੱਖਣਾ ਵਾ। 1.32 ਕਿਲੋਮੀਟਰ ਆ, ਇਹਨੂੰ 1000 ਨਾਲ ਗੁਣਾ ਕਰ ਲਾਂਗੇ ਕਿਉਂਕਿ 1 ਕਿਲੋਮੀਟਰ ਵਿੱਚ 1000 ਮੀਟਰ ਹੁੰਦੇ ਆ, ਤੇ ਆਪਾਂ 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਆ, ਇਹਨੂੰ ਕਨਵਰਟ ਕਰ ਲਾਂਗੇ 1.32 ਗੁਣਾ 1000 ਗੁਣਾ 100। ਠੀਕ ਹੈ ਜੀ, ਇਹ ਫਿਰ ਤੁਹਾਡੇ ਕੋਲ ਇਹ ਵੈਲਿਊ ਜਿਹੜੀ ਆ ਜੂਗੀ। ਇਸ ਤੋਂ ਬਾਅਦ ਨੰਬਰ ਆਫ ਰੈਵੋਲੂਸ਼ਨ, ਕਿ ਕਿੰਨੀ ਵਾਰੀ ਚੱਕਾ ਘੁੰਮਿਆ ਤੇ 1.32 ਕਿਲੋਮੀਟਰ ਡਿਸਟੈਂਸ ਕਵਰ ਹੋਇਆ, ਇਹਦਾ ਟੋਟਲ ਡਿਸਟੈਂਸ ਕਿੰਨਾ ਵਾ ਤੇ ਸਰਕਮਫਰੈਂਸ ਕਿੰਨਾ ਵਾ। ਮਤਲਬ ਕਹਿਣ ਦਾ ਭਾਵ ਵੀ ਸਾਡੇ ਕੋਲ ਵਾ 100 ਰੁਪਈਆ ਤੇ ਇੱਕ ਟੌਫੀ ਆਉਂਦੀ ਹੈ 4 ਰੁਪਏ ਦੀ, ਤੇ ਕਿੰਨੀਆਂ ਟੌਫੀਆਂ ਆਉਣਗੀਆਂ। ਹੁਣ ਦੇਖੋ ਇੱਕ ਟੌਫੀ ਦਾ ਮੁੱਲ 4 ਰੁਪਏ ਤੇ 100 ਰੁਪਏ ਜੇਬ 'ਚ ਹੈਗੇ ਆ, ਤੇ 100 ਨੂੰ 4 ਨਾਲ ਤਕਸੀਮ ਕਰ ਲਾਂਗੇ ਤੇ 25 ਟੌਫੀਆਂ ਆ ਗਈਆਂ, 25 ਚੌਕਾ 100 ਹੁੰਦਾ। ਸੋ ਇਵੇਂ ਟੋਟਲ ਡਿਸਟੈਂਸ ਜਿਹੜਾ ਵਾ ਤੁਹਾਡਾ ਕਿੰਨਾ ਵਾ, ਤੇ ਇੱਕ ਵਾਰੀ ਜਿਹੜਾ ਚੱਕਾ ਡਿਸਟੈਂਸ ਕਵਰਡ ਬਾਈ ਰਾਉਂਡ, ਇੱਕ ਰਾਉਂਡ 'ਚ ਕਿੰਨੀ ਵਾਰੀ ਘੁੰਮਿਆ, ਇਹ ਆ ਗਿਆ 66 ਸੈਂਟੀਮੀਟਰ। ਇਹਨੂੰ ਆਪਾਂ ਜਦੋਂ ਸੋਲਵ ਕਰ ਲਿਆ ਇਹ ਕਿੰਨਾ ਆ ਗਿਆ ਜੀ 2000। ਇਹਦਾ ਮਤਲਬ ਜਿਹੜਾ ਕਾਟ ਆ, ਜਿਹੜਾ ਰੇੜਾ ਵਾ, ਇਹਦਾ ਜਿਹੜਾ ਚੱਕਰ ਆ, ਇਹਦਾ ਜਿਹੜਾ ਪਹੀਆ ਵਾ, ਉਹ ਜਦੋਂ 2000 ਵਾਰੀ ਚੱਕਰ ਲਾਊਗਾ ਨਾ, ਰੈਵੋਲੂਸ਼ਨ ਘੁੰਮੂਗਾ, ਤੇ ਇਹ ਮਤਲਬ 1.32 ਕਿਲੋਮੀਟਰ ਡਿਸਟੈਂਸ ਕਵਰ ਕਰੂਗਾ। ਮਤਲਬ ਤੁਸੀਂ ਕਈ ਵਾਰੀ ਜਿਹੜੇ ਇੱਥੇ ਟੈਕਨੀਕਲ ਸਟੂਡੈਂਟ ਬੈਠੇ ਨੇ, ਉਹਦੇ ਤੇ ਮਸ਼ੀਨਾਂ ਤੇ ਲਿਖਿਆ ਹੁੰਦਾ RPM, ਉਹਦਾ ਮਤਲਬ ਕੀ ਹੁੰਦਾ ਵਾ ਕਿ ਰੈਵੋਲੂਸ਼ਨ ਪਰ ਮਿੰਟ, 1 ਮਿੰਟ ਦੇ ਵਿੱਚ ਉਹ ਜਿਹੜਾ ਉਹਦਾ ਪਾਰਟ ਆ ਉਹ ਕਿੰਨੀ ਵਾਰੀ ਘੁੰਮਦਾ। ਸੋ ਇਸ ਕਰਕੇ ਇਹ 2000 ਵਾਰੀ ਜਦੋਂ ਘੁੰਮੂਗਾ ਇਹ 1.32 ਕਿਲੋਮੀਟਰ ਡਿਸਟੈਂਸ ਕਵਰ ਕਰੂਗਾ। ਇਸ ਤੋਂ ਬਾਅਦ ਆ ਦੇਖੋ ਇੱਕ ਕੁਐਸਚਨ ਹੋਰ ਆ ਗਿਆ, ਇਹਦੇ ਵਿੱਚ ਕੀ ਹੈਗਾ ਵਾ ਵੀ ਇੱਕ ਸ਼ੀਟ ਹੈਗੀ, ਇੱਕ ਕਾਗਜ਼ ਹੈਗਾ ABCD, ਇਹਦੇ ਵਿੱਚ ਕੀ ਕੀਤਾ ਵਾ ਕਿ ਇੱਕ ਲੈਂਥ ਉਹਦੀ 20 ਸੈਂਟੀਮੀਟਰ ਆ, ਇੱਕ ਬੰਨੇ 14 ਸੈਂਟੀਮੀਟਰ ਆ, ਤੇ ਇੱਕ ਸੈਮੀ ਸਰਕਲ ਆ। ਮਤਲਬ ਇਦਾਂ ਕਾਗਜ਼ ਨੂੰ ਕੱਟਿਆ, ਜਿੱਥੇ ਵੇਖੋ ਪੀਲੇ
रंग च कीता वा। आपां जिहड़ा बाकी पोर्शन आ कट्टण तो बगैर वो कड्ढना वा। ते सानूं पता देखो भी इहदे विच ABCD एक आयत वा, रैक्टेंगल आ, ते रैक्टेंगल दा खेत्रफल किहदे बराबर हुंदा? लंबाई गुणा चौड़ाई। लंबाई तुहाडी 20 आ, चौड़ाई तुहाडी 14 वा। 14 20 कितना आ गया? 280 आ गया। डायामीटर ऑफ सैमी सर्कल तुहाडा BC 14 सेंटीमीटर, रेडियस तुहाडा 7 सेंटीमीटर आ गया। क्योंकि जिहड़ा तुहाडा 14 सेंटीमीटर वाले पासे अर्ध चक्कर बनिया वा, ਇਹਦਾ मतलब अर्ध चक्कर ਦਾ ਜਿਹੜਾ अर्ध व्यास आ 14 ਦਾ ਹਾਫ ਹੋਊਗਾ। ਇਹਦਾ मतलब अर्ध चक्कर ਦਾ ਜਿਹੜਾ ਖੇਤਰਫਲ ਆਪਾਂ ਪਿੱਛੇ ਕੱਢ ਕੇ ਆਏ 1/2 ਪਾਈ ਆਰ ਸਕੁਅਰ, ਇਹ ਆਊਗਾ 1/2 ਪਾਈ 22/7 ਤੇ ਆ ਤੁਹਾਡਾ 7 ਆ ਤੇ 7 ਨਾਲ 7 ਕੱਟਿਆ ਗਿਆ ਤੇ 11 2 ਨਾਲ 22 ਹੁੰਦਾ ਵਾ ਤੇ 11 7 77 ਹੁੰਦੇ ਆ। तो ਇਹਦਾ मतलब ਏਰੀਆ ਆਫ ਰਿਮੇਨਿੰਗ ਪਾਰਟ ਜਿਹੜਾ ਬਾਕੀ ਪਾਰਟ ਆ ਉਹ ਆਪਾਂ ਰੈਕਟੈਂਗਲ ਦੇ ਵਿੱਚੋਂ ਇਹ ਜਿਹੜਾ ਸੈਮੀ ਸਰਕਲ ਇਹਨੂੰ ਮਾਈਨਸ ਕਰਤਾ, ਇਹ 280 ਵਿੱਚੋਂ 77 ਨੂੰ ਮਾਈਨਸ ਕਰਤਾ, ਇਹ ਕਿੰਨਾ ਆ ਗਿਆ? 203 ਸੈਂਟੀਮੀਟਰ ਸਕੁਅਰ। ਸੋ ਇਸ ਤੋਂ ਬਾਅਦ ਸਮਰੀ ਆ ਗਈ ਆ। ਸਮਰੀ ਕੀ ਅੱਜ ਅਸੀਂ ਕੀ ਕੁਝ ਪੜਿਆ ਦੇਖੋ ਇਹਦੇ ਵਿੱਚ ਆ ਤੁਸੀਂ ਦੇਖਦੇ ਪਏ ਆ ਕਿ ਏਰੀਆ ਆਫ ਸੈਕਟਰ 1/2 r ਸਕੁਅਰ ਥੀਟਾ ਵਾ, ਫਿਰ ਲੈਂਥ ਆਫ ਕੋਡ ਆ 1/2 L = 2r sin θ/2 ਆ, ਲੈਂਥ ਆਫ ਆਰਕ r ਥੀਟਾ ਵਾ। ਇਸ ਤਰ੍ਹਾਂ ਏਰੀਆ ਆਫ ਸੈਗਮੈਂਟ ਦਾ ਵੀ ਫਾਰਮੂਲਾ ਵਾ, ਏਰੀਆ ਆਫ ਜਿਹੜੀ ਟ੍ਰਾਇੰਗਲ ਆ ਉਹਦੇ ਵਿੱਚ ਜਿਹੜੀ ਬਣਦੀ ਆ, ਜਿਹੜੀ ਟ੍ਰਾਇੰਗਲ ਨੂੰ ਆਪਾਂ ਮਾਈਨਸ ਕਰਨਾ ਹੁੰਦਾ ਸੈਕਟਰ ਦੇ ਵਿੱਚੋਂ ਟ੍ਰਾਇੰਗਲ ਨੂੰ ਮਾਈਨਸ ਕਰਾਂਗੇ ਤੇ ਬਾਕੀ ਸੈਗਮੈਂਟ ਹੁੰਦਾ ਨਾ। ਸੋ ਮੈਂ ਇੱਥੇ ਲਿਖਿਆ ਵੀ ਤੁਹਾਨੂੰ ਦਿਖਾ ਦਿੰਦਾ, ਇਹ ਸਮਰੀ ਆ, ਇਹਦੇ ਸਾਰੇ ਫਾਰਮੂਲੇ ਤੁਹਾਡੇ ਕੋਲ ਆ ਗਏ। देखो ये सरकमफ्रेंस के बराबर आ 2 पाई आर, एरिया के बराबर आ पाई आर स्क्वायर, एरिया ऑफ सेमी सर्कल ये के बराबर आ पाई आर स्क्वायर बाई 2। हुण सेमी सर्कल अद्धा चक्कर हो गया, तो एरिया ऑफ क्वाड्रेंट आ एक नवा शब्द आ गया। क्वाड्रेंट का मतलब होता चौथा हिस्सा, चौथाई, चक्कर का चौथा हिस्सा। चक्कर का जिदा अद्धा चक्कर आ उहदे विच आपां सैमी सर्कल कहता, ते जिहड़ा एरिया ऑफ क्वाड्रेंट मैंने चौथा हो गया, ਇਹਦਾ मतलब पाई आर स्क्वायर बाई 4 हो गया। ਤੇ r मान लो एक कैपिटल r एक स्मॉल r, एक छोटा r एक ਵੱਡਾ r ਆ। ਜੇ r ਜਿਹੜਾ कैपिटल आ छोटे r ਤੋਂ ਵੱਡਾ ਹੋਵੇ ਤੇ ਏਰੀਆ ਆਫ ਰਿੰਗ ਇਹ ਕਿਹਦੇ ਬਰਾਬਰ ਹੁੰਦਾ? ਪਿੱਛੇ ਸਿੱਖਿਆ ਹੈ ਨਾ ਪਾਈ r1 ਸਕੁਅਰ ਮਾਈਨਸ r2 ਸਕੁਅਰ, ਪਰ ਇੱਥੇ ਆਪਾਂ r1 ਦੀ ਜਗ੍ਹਾ ਤੇ ਕੈਪੀਟਲ r ਲਿਖ ਲਿਆ ਤੇ r2 ਦੀ ਜਗ੍ਹਾ ਤੇ ਸਮਾਲ r ਛੋਟੀ abc ਦਾ r। ਇਹ ਫਾਰਮੂਲਾ ਬਣ ਜਾਊਗਾ ਪਾਈ r ਸਕੁਅਰ ਮਾਈਨਸ r। ਸੋ ਇਹ ਸੈਕਟਰ ਕੱਢਣਾ ਤੁਸੀਂ ਮੰਨ ਲਓ ਕੋਈ ਚੱਕਰ ਆ ਉਹਦਾ ਸੈਕਟਰ ਜਿਹੜਾ ਵਾ ਉਹਦੇ ਵਿੱਚ ਆਪਾਂ ਏਰੀਆ ਕੱਢਣਾ ਵਾ, ਪਰ ਉਹਦੇ ਵਿੱਚ ਸਭ ਤੋਂ ਪਹਿਲਾਂ ਲੈਂਥ ਆਫ ਆਰਕ, ਉਹਦਾ ਚੱਕਰ ਦੀ ਜਿਹੜੀ ਆਰਕ ਆ ਹੁਣੇ ਪਿੱਛੇ ਪੜਿਆ ਸੀ, तो लेंथ ऑफ आर्क = पाई θ/360 गुणा 2 पाई r, जहां θ/360 ते गुणा सरकमफ्रेंस ऑफ सर्कल चक्कर दा घेरा ते थीटा की है एंगल, एंगल की है चाप दा माप, क्योंकि चाप दा यूनिट जिहड़ा ना डिग्री मेजरमेंट ऑफ आर्क जिहड़ी आ आर्क नूं आपां डिग्री च मेजर कीता जांदा। तो पेरीमीटर ऑफ सैक्टर ये 2r जमा θ/360 डिग्री गुणा 2 पाई r कि जे तुसीं सैक्टर दा पेरीमीटर करना तो फिर फार्मूला आ जाएगा। एरिया ऑफ सैक्टर θ/360 गुणा पाई आर स्क्वायर या θ/360 गुणा एरिया ऑफ सर्कल। इस तो बाद एरिया ऑफ सैगमेंट ये तुसीं थोड़ा जिहा ये फार्मूला टफ है, पर जे आपां बार-बार करांगे तो सानूं ये याद हो जाऊगा, कोई प्रॉब्लम नहीं है। इहनूं इदां शॉर्ट आपां तुहानूं समरी दित्ती है, इहनूं तुसीं वेख सकदे आ θ/360 गुणा पाई आर स्क्वायर माइनस आर स्क्वायर sin θ गुणा cos θ/2 आ गया। ये कितना होगा पाई θ/360 माइनस sin θ/2 गुणा cos θ/2 r स्क्वायर। सो मैं अज दे टॉपिक विच तुहानूं मतलब काफ़ी कुछ, क्योंकि आपां हुण टैक्नीकल स्टूडेंट्स हाँ, सो 9वीं 10वीं क्लास तो थोड़ा जिहा आपां नूं अपना स्टेटस, क्योंकि साडियां जिहड़ियां ट्रेडां वा वो NSQF लैवल च हो गईयां वा, ਉਹਦੇ ਵਿੱਚ ਕਾਫੀ ਜਿਹੜਾ ਸਿਲੇਬਸ ਆ, ਕਿਉਂਕਿ ਥੋੜਾ ਜਿਹਾ ਆਪਾਂ ਨੂੰ ਐਡਵਾਂਸ ਥੋੜੇ ਫਾਰਮੂਲੇ ਆਪਾਂ ਤੁਹਾਨੂੰ ਦੱਸੇ ਆ, ਤੁਸੀਂ ਉਹ ਵੀ ਸੌਖੇ ਢੰਗ ਨਾਲ ਸਿੱਖ ਲੋਗੇ। ਪਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਮੈਂ ਮਤਲਬ ਹੁਣ ਸਰ ਨੂੰ ਕਹਿਣ ਲੱਗਾ ਵੀ ਸਰ ਨੂੰ ਅਨਮਿਊਟ ਕਰਕੇ ਉਹ ਕੁਐਰੀ ਕਰ ਸਕਦਾ, ਤੇ ਕਿਸੇ ਨੂੰ ਕੋਈ ਮੇਰਾ ਫੋਨ ਨੰਬਰ ਮੇਰਾ ਨਾਲ ਈਮੇਲ ਆਈਡੀ ਹੈਗੀ ਆ, ਜੇ ਕਿਸੇ ਨੂੰ ਵੀ ਇਹ ਜਿਹੜੀ ਪੀਪੀਟੀ ਚਾਹੀਦੀ ਹੋਵੇ ਤੇ ਮੈਂ ਉਹਨੂੰ WhatsApp ਕਰ ਸਕਦਾ। ਇਹ ਮੇਰਾ WhatsApp ਨੰਬਰ
ਵਧੀਆ, ਮੈਂ ਬੋਲ ਦਿੰਦਾ 78 373 60 500। ਇੰਜੀਨੀਅਰ ਰਣਧੀਰ ਸਿੰਘ ਬੱਲ, ਗਵਰਨਮੈਂਟ ITSC ਫਤਿਹਗੜ੍ਹ ਚੂੜੀਆਂ ਤੋਂ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਤੁਸੀਂ ਜਿਹੜਾ ਵਾ ਮੇਰੇ ਨਾਲ ਇੰਨਾ ਸਮਾਂ ਦਿੱਤਾ। ਸੋ ਧੰਨਵਾਦ ਸਾਰਿਆਂ ਦਾ। ਜੇ ਕੋਈ ਕਿਸੇ ਦਾ ਕੁਐਰੀ ਹੋਵੇ ਤੇ ਉਹ ਪੁੱਛ ਸਕਦਾ ਜੀ। ਕਾਫੀ ਜਾਣੇ ਹੱਥ ਰੇਸ ਕੀਤੇ ਹੈਗੇ ਨੇ। ਸੋ ਕਿਸੇ ਦਾ ਕੋਈ ਕੁਐਸਚਨ ਹੋਵੇ ਤੇ ਪੁੱਛ ਸਕਦਾ ਹੈ ਜੀ। ਹਾਂਜੀ, ਆਪਣੇ ਆਪ ਨੂੰ ਅਨਮਿਊਟ ਕਰਕੇ ਮੈਨੂੰ ਕੁਐਸਚਨ ਪੁੱਛ ਸਕਦਾ ਜੀ। हेलो मिस्टर बल। ਹਾਂਜੀ ਹਾਂਜੀ सर दिनेश सैनी बोल रहे हैं IT रोपड़ तो। फैबुलस सर, फैबुलस। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ सर बड़ा सर, अच्छा मैं एलैबोरेट किया और सारे माड़ी जी स्टूडेंट्स ਨੂੰ ਸਤਿ ਸ਼੍ਰੀ ਅਕਾਲ ਜੀ। ਕੋਸ਼ਿਸ਼ ਕੀਤੀ ਜੀ ਆਪਾਂ ਤੁਹਾਡੇ ਸਾਰੇ ਸਹਿਯੋਗ ਨਹੀਂ ਨਹੀਂ ਨਾਲ ਜੀ। ਸਰ ਬਹੁਤ ਵਧੀਆ। ਮੈਂ ਧੰਨਵਾਦ ਕਰਦਾ ਸਾਡੇ ਹੈੱਡ ਆਫਿਸ ਦਾ ਵੀ, ਜਿਨ੍ਹਾਂ ਨੇ ਇਸ ਅੱਛੇ ਪਲੇਟਫਾਰਮ ਨੂੰ ਸਾਰਿਆਂ ਦੇ ਉੱਪਰ ਆਉਣ ਦਾ ਮੌਕਾ ਦਿੱਤਾ। ਥੈਂਕ ਯੂ ਸਰ, ਵੈਰੀ ਥੈਂਕ ਯੂ ਸਰ। ਖਾਲ ਸਾਹਿਬ नेक्स्ट लेक्चर दिनेश सैनी मैन के। दिनेश अगला लेक्चर तेरा। राइट सर, राइट सर। माय प्लेयर सर, माय प्लेयर। खुशी के लिए मैंने कॉल करना। राइट सर, राइट। ਸਤਿ ਸ਼੍ਰੀ ਅਕਾਲ ਸਰ। सत श्री अकाल। वेरी गुड रणधीर जी, शाबाश। ਥੈਂਕ ਯੂ ਸਰ, ਥੈਂਕ ਯੂ। हेलो ਹਾਂਜੀ स्लाइड ਹਾਂਜੀ ਹੋਰ डिपार्टमेंट वाली शेयर करें। लास्ट स्लाइड जरूर डिपार्टमेंट वाली शेयर करें। ठीक है जी, मैं कर दूंगा। भाई ओ भाई मारो मुझे मारो। मेरी चाल मजाक हो रहा है क्या? हेलो, Anybody in this lecture other than from Punjab, they can ask in any language. We will try to meet your query. तेलुगु तेलुगु Yeah, you ask in Telugu, we will try to understand. And in chat box, we will be writing in Telugu. You can translate your question in chat box. In Telugu, we will be getting English or Punjabi. You can chat in Telugu or you speak in Telugu. We will try to understand and reply you in chat. ओके 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 Right? You got the point? ओके ओके Go to chat box. On keyboard, click translate language. Select language Telugu to Punjabi or Telugu to English. Chat. We will reply. Okay. छोटू बाय छोटू। हेलो हाँ जी, हाँ जी, हेलो। चैट इनेबल करो। हेलो हाँ जी, हाँ जी, परमजीत चैट इनेबल करो। हेलो हेलो हाँ जी, हाँ जी, हेलो सर जी, सत श्री अकाल जी। सत श्री अकाल जी। हाँ जी, बहुत बढ़िया समझाया सर जी पूरा टॉपिक ही। थैंक यू जी, थैंक यू सर। हाँ जी, कले कले चीज समझ लग गई। थैंक यू सर जी। देखो जी, सारे जाने तुसीं कंसनट्रेट होए आ। मेरा हाँ जी, हाँ ਤੁਸੀਂ ਵੀ ਕੰਸਨਟ੍ਰੇਟ ਹੋਏ ਤੇ ਫੇਰ ਹੀ ਸਮਝ ਲੱਗੀ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ। ਧੰਨਵਾਦ ਪੰਜਾਬੀ ਚੈਨਲ ਜਿਨ੍ਹਾਂ ਨੇ ਮਤਲਬ ਇਹ ਸਾਨੂੰ ਜਿਹੜਾ ਵਾ ਪਲੇਟਫਾਰਮ ਦਿੱਤਾ ਵਾ। ਸੋ ਇੱਕ ਵਾਰੀ ਫੇਰ ਉਹਨਾਂ ਦਾ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ। हाँ जी, हाँ जी।
ठीक है परमजीत जी, एंड करो सेशन। ਠੀਕ ਹੈ ਸਰ, ਥੈਂਕ ਯੂ ਜੀ। ਥੈਂਕ ਯੂ ਸਰ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਇੱਕ ਵਾਰੀ ਫੇਰ। थैंक यू।